ਵਿਆਹੀ ਕੁੜੀ ਸੀਗੀ 7ਵਾਂ ਮਹੀਨਾ ਚੱਲਦਾ ਸੀਗਾ ਤੇ ਪੇਕੇ ਵਾਲੇ ਆ ਕੇ ਲੈ ਗਏ। ਰਸਤੇ 'ਚ ਫੋਨ ਆਂਦਾ ਹੈ ਜੀ ਕੁੜੀ ਹੋ ਗਈ ਹੈ, ਤੁਸੀਂ ਆਪਣੀ ਪੋਤੀ ਲੈ ਜਾਓ ਤੇ ਸਾਨੂੰ ਸਾਡੀ ਕੁੜੀ ਦੇ ਦਿਓ। ਮੇਰੀ ਪੋਤੀ ਨੂੰ ਵੀ ਇਹ ਮਾਰਤਾ, ਇਹਨਾਂ ਨੇ ਰਲ ਕੇ ਮਾਰਤਾ ਵਾ। ਤੇ ਜਾਣਾ ਮੈਂ ਬਥੇਰਾ ਸਮਝਾਇਆ ਤੁਸੀਂ ਨਾਲ ਲੈ ਕੇ ਜਾਓ। 6.5 ਮਹੀਨੇ ਹੈਗੇ ਨੇ ਕੁੜੀ ਨੂੰ। ਮੈਂ ਫਲ ਝੋਲੀ ਪਾਇਆ, ਸੋਹਣੀ ਬੜੀ ਤਰ੍ਹਾਂ ਪੈਰੀ ਹੱਥ ਲਾਇਆ, ਕੋਈ ਗੱਲਬਾਤ ਨਹੀਂ ਸੀ ਹੋਈ। 3 ਵਜੇ ਫੋਨ ਆ ਗਿਆ ਵੀ ਕੁੜੀ ਵੀ ਹੋ ਗਈ ਹੈ। ਜਦੋਂ ਐਂਬੂਲੈਂਸ ਵਾਲਾ ਆਇਆ ਤੇ ਬੂਹਾ ਖੋਲਿਆ, ਮੈਂ ਕਿਹਾ ਮੇਰੀ ਨੂੰਹ ਕਿੱਥੇ ਆ, ਮੇਰਾ ਕੁੜਮ ਕਿੱਥੇ ਆ। ਭੂਆ ਨੇ ਨਾਲ ਹੀ ਕੁੜੀ ਏਦਾਂ ਫੜਾਈ ਤੇ ਨਾਲ ਹੀ ਕਹਿੰਦੀ ਤਲਾਕ ਦੇ ਦਿਓ ਕੁੜੀ ਨੂੰ, ਕੁੜੀ ਮੇਰੇ ਨੇ ਨਹੀਂ ਰਹਿਣਾ ਤੁਹਾਡੇ ਨਾਲ। ਗੁੱਡੀਆਂ ਪੂਰੀ ਹੋ ਗਈ ਆ ਹੀਨਾ ਦੀ ਰੂਪੀ ਕੌਰ ਹੀਨਾ ਦੀ ਕੁੜੀ ਜੀ बोलने कम खत्म हैगा और की ਜੀ बोलने कम खत्म हैगा और की। ਅਸੀਂ 20-10 ਹਜ਼ਾਰ ਦਾ ਜੋ ਵੀ ਅਸੀਂ ਲਾਇਆ, ਚਲੋ ਅਸੀਂ ਆਪਦੀ ਪੋਤੀ ਦੇ ਲਾਇਆ, ਅਸੀਂ ਕਿਸੇ ਨੂੰ ਕੀ ਕਹਿਣਾ, ਆਪਣੇ ਵੱਲੋਂ ਤਾਂ ਹੈਸੀਅਤ ਤੋਂ ਵੱਧ ਕੇ ਲਾਤਾ ਵਾ। ਅਸੀਂ ਪਤਾ ਨਹੀਂ ਕੀ ਹੋ ਗਿਆ ਵੀ ਜਿਹੜਾ ਕਿ ਕੁੜੀ ਮੇਰੀ ਬਚੀ ਨਹੀਂ ਹੈਗੀ। ਮੈਂ ਤਾਂ ਆਪਣੀ ਕੁੜੀ ਕਹੂੰਗੀ, ਪੋਤੀ ਤਾਂ ਹੁਣ ਕਹਿਣਾ ਹੀ ਨਹੀਂ ਹੈ, ਮੇਰੀਆਂ ਕੁੜੀਆਂ ਵਾ। ਮੈਨੂੰ ਵੀ ਕਈ ਮਾਸੀ ਨੇ ਕਿਹਾ ਪੈਸੇ ਖਰਚ, ਕੁੜੀ ਹੋਵੇ ਮੇਰੇ ਮੁੰਡਾ ਹੋਵੇ, ਮੈਨੂੰ ਕੁੜੀਆਂ ਵੀ ਇੱਕੋ ਹੀ ਆ। ਅਸੀਂ ਆਪਣੀ ਕੁੜੀ ਲੱਗੇ ਜਿਹੜਾ ਜੰਮੂ ਤੇ ਤੂੰ ਆਪਣੀ ਕੁੜੀ ਤੈਨੂੰ ਫੜਾ ਦੇਣੀ ਆ, ਕਿੱਥੇ ਮਰਜੀ ਸਿੱਟ ਇਹਨੂੰ, ਵੇਚ ਜੋ ਮਰਜੀ ਕਰ, ਸਾਡੀ ਕੁੜੀ ਨੂੰ ਤਲਾਕ ਦੇ। ਜੋ ਮਾਂ ਗਈ ਉਹ ਮਾਂ ਨਹੀਂ ਹੁੰਦੀ, ਉਹ ਇੱਕ ਜ਼ਾਲਮ ਹੁੰਦੀ ਏ। ਬਾਂਦਰੀ ਦਾ ਬੱਚਾ ਵੀ ਮਰ ਜਾਵੇ ਨਾ ਕਲੇ ਨਾਲ ਲਾਈ ਰੱਖਦੀ ਏ। ਮੈਂ ਆਦੇ ਪੋਤਲੇ ਨੂੰ ਘਰ ਰੱਖ ਕੇ ਮੈਂ ਆਦੀ ਨੂੰਹ ਨੂੰ ਭੇਜਦੀ ਰਹੀ ਆ ਉਸ ਬੱਚੀ ਨੂੰ ਦੁੱਧ ਪਿਆਉਣ ਵਾਸਤੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦ ਪੁਲਖੋਲ ਟੀਵੀ ਨਿਕਿਤਾ ਦੇ ਨਾਲ। ਤੇ ਕਹਿੰਦੇ ਆ ਮਾਂ ਦਾ ਪਿਆਰ ਸਿਰਫ ਪਿਆਰ ਹੁੰਦਾ ਹੈ, ਬਾਕੀ ਸਭ ਵਪਾਰ ਹੁੰਦਾ ਹੈ। ਪਰ ਜਿਹੜੇ ਸ਼ਬਦ ਨਾ ਅੱਜ ਉਲਟ ਪੈ ਗਏ ਆ। ਤੁਸੀਂ ਕਨਫਿਊਜ਼ ਹੋ ਰਹੇ ਹੋਣੇ, ਪਰ ਪੂਰੀ ਗੱਲ ਤੁਹਾਡੇ ਅੱਗੇ ਰੱਖਦੇ ਆ ਜੀ। ਸਾਡੇ ਨਾਲ ਇਸ ਵਕਤ ਪਰਿਵਾਰ ਮੌਜੂਦ ਹੈ ਤੇ ਮੈਂ ਸਭ ਤੋਂ ਪਹਿਲਾਂ ਆਂਟੀ ਜੀ ਨਾਲ ਗੱਲਬਾਤ ਕਰੂੰਗੀ। ਤੁਹਾਨੂੰ ਦੱਸਦਾ ਕਿ ਵਿਆਹੀ ਕੁੜੀ ਸੀਗੀ 7ਵਾਂ ਮਹੀਨਾ ਚੱਲਦਾ ਸੀਗਾ ਤੇ ਪੇਕੇ ਵਾਲੇ ਆ ਕੇ ਲੈ ਗਏ। ਰਸਤੇ 'ਚ ਫੋਨ ਆਂਦਾ ਹੈ ਜੀ ਕੁੜੀ ਹੋ ਗਈ ਹੈ, ਤੁਸੀਂ ਆਪਣੀ ਪੋਤੀ ਲੈ ਜਾਓ ਤੇ ਸਾਨੂੰ ਸਾਡੀ ਕੁੜੀ ਦੇ ਦਿਓ। ਗੱਲ ਕੁਛ ਇਸੇ ਤਰ੍ਹਾਂ ਸੀ ਆਂਟੀ ਜੀ? ਹਾਂਜੀ ਜੀ ਨਾ ਕੀ ਤੁਹਾਡਾ ਆਂਟੀ ਜੀ? ਮੇਰਾ ਗੀਤਾ ਜੀ। ਗੱਲ ਕੀ ਹੋਈ ਹੈ ਪੂਰੀ ਸਾਨੂੰ ਮੀਡੀਆ ਦੇ ਦੌਰਾਨ ਹੀ ਦੱਸੋ। ਗੱਲ 21 ਤਰੀਕ ਨੂੰ ਇਹਦੀ 22 ਤਰੀਕ ਨੂੰ ਇਹਦੀ ਭੈਣ ਤੇ ਭੂਆ ਆਈ ਸੀ ਸਾਡੇ ਘਰੇ ਤੇ ਆਣ ਕੇ ਉਹਨਾਂ ਚਾਹ ਪਾਣੀ ਪੀਤਾ, ਸਾਰੀ ਗੱਲਬਾਤ ਕੀਤੀ ਹੈ। ਉਸ ਤੋਂ ਬਾਅਦ ਉਹ ਚਲੇ ਗਏ। ਉਹ ਮਤਲਬ 2-4 ਘੰਟੇ ਬੈਠੇ ਸਾਡੇ ਕੋਲ, ਗੱਲਬਾਤ ਕਰਕੇ ਚਲੇ ਗਏ ਨੇ। ਰਾਤ ਨੂੰ ਇਹਦਾ ਪਿਓ ਚੜ ਜਾਂਦਾ ਵਾ ਬੱਸੇ, ਆਪਣੀ ਗੱਡੀ ਬੱਸੇ ਜੋ ਵੀ ਚੜ ਜਾਂਦਾ। ਤੇ ਉਸ ਤੋਂ ਬਾਅਦ ਸਵੇਰੇ 10:30 ਵਜੇ ਮੇਰੇ ਘਰੇ ਆਂਦਾ ਇਹਦਾ ਪਿਓ ਵੀ ਤੇ ਉਹ ਭੂਆ ਵੀ, ਮਾਸੀਆਂ ਦੋ, ਇੱਕ ਵੀਨਾ ਇੱਕ ਸੋਨੂ ਮਾਸੀ, ਇੱਕ ਭੂਆ ਸੋਨੂ, ਇੱਕ ਸੋਨੀਆ। ਤੁਹਾਡੀ ਨੂੰਹ ਦਾ ਨਾਂ ਕੀ ਹੈ? ਨੂੰਹ ਮੇਰੀ ਦਾ ਨਾਂ ਹੈਗਾ ਹੀਨਾ। ਹਾਂਜੀ ਹਾਂਜੀ। ਤੇ ਉਹ ਜਦੋਂ ਆਉਂਦੇ ਨੇ ਮੈਂ ਚਾਹ ਪਾਣੀ ਪਿਆਨੀ ਆ, ਵਧੀਆ ਤਰੀਕੇ ਨਾਲ ਗੱਲਬਾਤ ਕਰਦੀ ਆ। ਤੇ ਉਸ ਤੋਂ ਬਾਅਦ ਸਾਡੇ ਨਾਲ ਦੇ ਗਵਾਂਢੀ ਹੈਗੇ ਨੇ, ਉਹਨਾਂ ਨੂੰ ਮੈਂ ਬੁਲਾ ਲਿਆ ਵੀ ਸਾਡੇ ਨਾਲ 2-4 ਵਾਰੀ ਇਦਾਂ ਕਰ ਚੁੱਕੇ ਨੇ ਅੱਗੇ ਵੀ, ਤੇ ਇਹ ਮੇਰੀ ਗੱਲ ਨਹੀਂ ਮੰਨਦੇ ਹੈਗੇ। 2-4 ਵਾਰੀ ਕੀ ਮਤਲਬ ਲੈ ਜਾਂਦੇ ਸੀ? ਲੈ ਜਾਂਦੇ ਸੀਗੇ, 2 ਮਹੀਨੇ ਰਹਿੰਦੀ ਸੀ, ਲੈ ਜਾਂਦੇ ਸੀ, ਫਿਰ ਆਂਦੀ ਸੀ, ਫਿਰ ਲੈ ਜਾਂਦੇ। ਮਤਲਬ ਗੁੱਸੇ ਨਾਰਾਜ਼ਗੀਆਂ ਇਦਾਂ ਹੀ ਚੱਲਦੀਆਂ ਰਹੀਆਂ। ਫਿਰ ਅਸੀਂ ਕੇਸ ਵੀ ਕੀਤਾ ਸੀ, ਕੋਰਟ ਕੇਸ, ਉਹਦੇ 'ਚ ਵਸਾਨ ਦਾ ਸੀ ਲਾਇਆ ਸੀ ਤੇ ਉਹ ਵੀ ਪੂਰਾ ਭੁਗਤ ਗਿਆ। ਇਹਨਾਂ ਨਹੀਂ ਆਏ। ਫਿਰ ਅਸੀਂ ਤਲਾਕ ਦਾ ਉਹਨਾਂ ਨੇ ਕਲਾਤਾ, ਉਹ ਵੀ ਪੂਰਾ ਭੁਗਤ ਗਿਆ ਸੀ। ਬਸ ਇੱਕ ਹੀ ਰਹਿ ਗਿਆ ਸੀ ਮਾੜਾ ਜਿਹਾ ਸੈਨ ਸੂਨ ਦਾ ਹੀ, ਤੇ ਉਹ ਵੀ ਮਤਲਬ ਇੱਕਦਮ ਹੀ ਇੱਕਦਾਂ ਆ ਕੇ ਰੱਬ ਹੀ ਜਾਣਦਾ ਵਾ। ਇਹ ਆਏ ਨੇ ਜਿੱਦਾਂ ਤੇ ਬੇਟਾ ਜਾ ਕੇ ਲੈ ਆਇਆ ਵਾ। ਫਿਰ ਅਸੀਂ ਸੋਚਿਆ ਘਰ ਬਣਾਉਣਾ ਵਾ ਤੇ ਸਦਰ ਥਾਣੇ ਸਾਡਾ ਉੱਥੇ ਹੋਇਆ ਸੀ ਫੈਸਲਾ। ਤੇ ਉਹਨਾਂ ਨੇ ਭੇਜਿਆ ਸੀ, ਆਪਦੇ ਬੱਚੇ ਦੇ ਮੂੰਹ ਵੱਲ ਦੇਖਿਆ, ਪੋਤੀਆਂ ਦੇ ਮੂੰਹ ਵੱਲ ਦੇਖਿਆ ਸੀ ਕਿ ਚਲੋ ਜੋ ਹੋ ਗਿਆ ਤੇ ਘਰ ਬਣਾਉਣਾ ਹੈਗਾ ਵਾ। ਉਦੋਂ ਵੀ ਇਹ ਜਦੋਂ ਆਈ ਸੀ ਨਾ, ਇਹਦੀ ਭਰਜਾਈ ਵੀ ਮਤਲਬ ਉੱਥੇ ਪੂਰੀ ਹੋ ਗਈ ਸੀ। ਇਹ ਤਿੰਨਾਂ ਕੁੜੀਆਂ ਨੇ ਰਲ ਕੇ ਜੋ ਕੀਤਾ ਸੀ, ਇਹਨਾਂ ਨੇ ਉੱਥੇ ਆਦੀ ਭਰਜਾਈ ਮਾਰ ਕੇ ਤੇ ਆਪੋ ਆਪਣੇ ਘਰਾਂ 'ਚ ਵਸ ਗਈਆਂ ਆਣ ਕੇ। ਤੇ ਭਰਜਾਈ ਤਾਂ ਮਾਰ ਹੀ ਦਿੱਤੀ। ਉਹ ਵੇਖੋ, ਉਹ ਵੀ ਕਿਸੇ ਦੀ ਧੀ ਸੀਗੀ ਜਿਹੜੀ ਮਾਰੀ ਹੈ। ਹੁਣ ਇਸ ਟਾਈਮ ਮੇਰੀ ਪੋਤੀ ਵੀ ਇਹਨਾਂ ਨੇ ਮਾਰਤੀ। ਮੇਰੀ ਪੋਤੀ ਵੀ ਅੱਜ ਚਲ ਗਈ ਦੁਨੀਆ 'ਚੋਂ। ਮੇਰੀ ਪੋਤੀ ਨੂੰ ਵੀ ਇਹ ਮਾਰਤਾ, ਇਹਨਾਂ ਨੇ ਰਲ ਕੇ ਮਾਰਤਾ ਵਾ। ਮੇਰੀ ਜਦੋਂ ਆਏ ਸੀਗੇ ਨਾ ਇੱਥੇ ਘਰੇ ਤੇ ਉਦੋਂ ਚਾਹ ਪਾਣੀ ਪੀਤਾ, ਨਾਲ ਦੀ ਗਵਾਂਢਣ ਨਾਲ ਵੀ ਗੱਲਬਾਤ ਹੋਈ ਤੇ ਕਹਿੰਦੇ ਸੀਗੇ ਨਹੀਂ ਜੀ ਅਸੀਂ ਤਾਂ ਲੈ ਕੇ ਜਾਣਾ, 11 ਰੁਪਏ ਅਸੀਂ ਨਹਿਰ 'ਚ ਸਿੱਟ ਦਾਂਗੇ ਤੇ ਕੋਈ ਗੱਲ ਨਹੀਂ ਅਸੀਂ ਲੈ ਕੇ ਜਾਣਾ। ਮੈਂ ਬਥੇਰਾ ਸਮਝਾਇਆ ਤੁਸੀਂ ਨਾਲ ਲੈ ਕੇ ਜਾਓ, 6.5 ਮਹੀਨੇ ਹੈਗੇ ਨੇ ਕੁੜੀ ਨੂੰ, ਨਾ ਦੂਰ ਦਾ ਸਫ਼ਰ ਹੈਗਾ, ਨਹੀਂ ਜੀ ਲੈ ਕੇ ਜਾਣਾ। ਤੇ ਇਹ ਲੈ ਗਏ ਸੀਗੇ। ਮੈਂ ਫਲ ਝੋਲੀ ਪਾਇਆ, ਸੋਹਣੀ ਬੜੀ ਤਰ੍ਹਾਂ ਪੈਰੀ ਹੱਥ ਲਾਇਆ, ਕੋਈ ਗੱਲਬਾਤ ਨਹੀਂ ਸੀ ਹੋਈ। ਇੱਥੋਂ ਚਲੇ ਗਈ ਹੈ, 12:30 ਵਜੇ ਘਰੋਂ ਗਏ ਨੇ। 3 ਵਜੇ ਫੋਨ ਆ ਗਿਆ ਵੀ ਕੁੜੀ ਵੀ ਹੋ ਗਈ ਹੈ। ਤੇ ਇਹਦੀ ਮਾਸੀ ਨੇ ਫੋਨ 'ਚ ਕਿਹਾ ਵਾ, ਇਹਦੀ ਭੂਆ ਨੇ ਕਿਹਾ ਤੇ ਮਾਸੀ ਨੇ ਕਿਹਾ ਕਿ ਤੁਸੀਂ ਆਪਣੀ ਕੁੜੀ ਛੋਟੀ ਪੋਤੀ ਲੈ ਲਓ
ਤੇ ਸਾਡੀ ਕੁੜੀ ਜਿਹੜੀ ਜੰਮੂ ਜਾਏਗੀ ਤੇ ਸਾਡੀ ਕੁੜੀ ਸਿੱਧਾ ਹੀ ਜਾਏਗੀ ਜੰਮੂ, ਉਹ ਨਹੀਂ ਤੁਹਾਡੇ ਨਾਲ ਇੱਥੇ ਆਏਗੀ। ਅਸੀਂ ਚੁੱਪ ਕਰ ਗਏ, ਅਸੀਂ ਕਿਹਾ ਉੱਦਾਂ ਹੀ ਕਰਦੀ ਪਈ ਆ। ਜਦੋਂ ਅਸੀਂ ਹਸਪੀਟਲ 3-4 ਹਸਪੀਟਲ ਗਏ ਆ, ਪਤਾ ਕੀਤਾ ਹਸਪੀਟਲ ਉੱਥੇ ਵੀ ਇਹ ਨਹੀਂ ਸਿਵਲ ਹਸਪੀਟਲ ਅਸੀਂ ਗਏ ਸੀ, ਅਸੀਂ ਆਪਣਾ ਵੀ ਦੇਖਣਾ ਸੀ ਨਾ। ਸਿਵਲ ਹਸਪੀਟਲ ਗਏ ਆ, ਫਿਰ ਅਸੀਂ ਇਦਾਂ ਹੀ 2 ਹਸਪੀਟਲ ਸਾਨੂੰ ਹੋਰ ਕਿਸੇ ਨੇ ਦੱਸਿਆ, ਉੱਥੇ ਗਏ ਆ। ਤੇ ਫਿਰ ਅਸੀਂ ਆਹ PMG ਜਿਹੜਾ ਹਸਪੀਟਲ ਹੈਗਾ, ਇੱਥੇ ਅਸੀਂ ਗਏ ਆ। ਇੱਥੇ ਅਸੀਂ ਸਾਰੀ ਗੱਲਬਾਤ ਕਰ ਲਈ। ਜਦੋਂ ਐਂਬੂਲੈਂਸ ਵਾਲਾ ਆਇਆ ਤੇ ਬੂਹਾ ਖੋਲਿਆ, ਮੈਂ ਕਿਹਾ ਮੇਰੀ ਨੂੰਹ ਕਿੱਥੇ ਆ, ਮੇਰਾ ਕੁੜਮ ਕਿੱਥੇ ਆ, ਜਿਹੜਾ ਸਿਰ ਚੱਕ ਕੇ ਲੈ ਕੇ ਗਿਆ ਮੱਥੇ ਤੇ ਲੱਗੇ ਮੇਰੇ, ਹੈਨਾ। ਮੇਰੀ ਨੂੰਹ ਮੈਨੂੰ ਕਹਿੰਦੀ ਕਿ ਮੰਮੀ ਗਲਤੀ ਹੋ ਗਈ ਹੈ ਤੇ ਚਲੋ ਕੋਈ ਨਹੀਂ ਤੁਸੀਂ, ਤੇ ਨਾ ਮੇਰੀ ਨੂੰਹ ਮੈਨੂੰ ਮਿਲੀ ਤੇ ਨਾ ਮੇਰਾ ਕੁੜਮ ਜਿਹੜਾ ਸਿਰ ਚੱਕ ਕੇ ਲੈ ਕੇ ਗਿਆ, ਮੱਥੇ ਲੱਗਾ ਹੀ ਨਹੀਂ ਕੁੜਮ ਮੇਰਾ। ਤੇ ਇਹ ਭੂਆ ਨੇ ਨਾਲ ਹੀ ਕੁੜੀ ਏਦਾਂ ਫੜਾਈ ਤੇ ਨਾਲ ਹੀ ਕਹਿੰਦੀ ਤਲਾਕ ਦੇ ਦਿਓ ਕੁੜੀ ਨੂੰ, ਕੁੜੀ ਮੇਰੇ ਨੇ ਨਹੀਂ ਰਹਿਣਾ ਤੁਹਾਡੇ ਨਾਲ। ਇੰਨੀ ਗੱਲ ਕਹਿ ਕੇ ਬਸ ਤੇ ਉਹ ਚਲ ਗਈਆਂ ਦੋਨੇ। ਅਸੀਂ ਕੁੜੀ ਦਾ ਟ੍ਰੀਟਮੈਂਟ ਕਰਾਇਆ। ਵੀਰਵਾਰ ਸੀਗਾ ਤੇ ਕੱਲ ਵੀਰਵਾਰ ਸੀ, 8 ਦਿਨ ਹੋ ਗਏ, ਅੱਜ 9ਵਾਂ ਦਿਨ ਆ। ਰਾਤੀ 2:30 ਵਜੇ ਕੁੜੀ ਪੂਰੀ ਹੋ ਗਈ। ਹੁਣ ਸਾਰਾ ਕੁਝ ਅਸੀਂ ਕੀਤਾ। ਹੁਣ ਦੇ ਭਰਾ ਨੂੰ ਫੋਨ ਕੀਤਾ ਜੰਮੂ, ਤੇ ਮੇਰੇ ਹਸਬੰਡ ਨੇ ਕੀਤਾ ਸੀ ਫੋਨ, ਤੇ ਉਹ ਕਹਿੰਦਾ ਕਿ ਕਿਹੜੀ ਕੁੜੀ? ਇਹ ਕਹਿੰਦੇ ਹੀਨਾ ਦੀ ਕੁੜੀ ਜਿਹੜੀ ਹੁਣ ਹੋਈ। ਕਿਹੜੀ ਕੁੜੀ? ਕਹਿੰਦਾ ਤੇ ਕਹਿੰਦੇ ਹੀਨਾ ਦੀ ਕੁੜੀ ਹੈ ਜਿਹੜੀ ਹੁਣ ਹੋਈ, ਉਹ ਪੂਰੀ ਹੋ ਗਈ ਆ। ਸਾਡੇ ਕੋਲ ਰਿਕਾਰਡਿੰਗ ਹੈਗੀ, ਰਿਕਾਰਡਿੰਗ ਸੁਣ ਸਕਦੇ ਆ। ਤੇ ਬਸ ਕਹਿੰਦਾ ਮੈਂ ਮੰਮੀ ਨੂੰ ਦੱਸੂਗਾ। ਆ ਹੁਣ 2.5-3 ਘੰਟੇ ਹੋ ਚੱਲੇ ਆ, ਸਾਨੂੰ ਹਾਲੇ ਤੱਕ ਫੋਨ ਨਹੀਂ ਆਇਆ, ਨਾ ਕੋਈ ਗੱਲ ਆ ਰੁਕੋ। हेलो मैं बेटे का डैडी बोल रहा हूँ पुत्र। नमस्कार भाई। नमस्ते जी। मैं गुड्डिया पूरी हो गई है। हाँ जी, गुड्डी पूरी हो गई है। हीना दी गुड्डी को हीना हीना दी कुड़ी। अच्छा ਇਹ ਉੱਥੋਂ ਗੱਲ ਜਿਹੜੀ ਹੁਣ ਕਰ ਹੋਈ ਰਹੇ ਸੀ, ਇਹਦਾ ਭਰਾ ਹੁੰਦਾ ਜਿਹੜੀ ਹੁਣ ਹੋਈ ਨਹੀਂ ਨਿੱਕੀ। हाँ जी हाँ, वो पूरी हो गई है। ਕਹਿੰਦਾ ਹੀਨਾ ਪੂਰੀ ਹੋ ਗਈ। ਕੌਣ ਪੂਰਾ ਹੋ ਗਿਆ? ਮਤਲਬ ਗਲਤ ਹੈ, ਸਾਨੂੰ ਗਾਈਡ ਕਰਦੇ। ठीक है। ਮਤਲਬ ਤੁਸੀਂ 2 ਘੰਟੇ ਪਹਿਲੇ ਫੋਨ ਕੀਤਾ ਸੀ, ਹਜੇ ਤੱਕ ਮਾਂ ਦਾ ਕੋਈ ਜਵਾਬ ਨਹੀਂ ਆਇਆ ਹੈ ਤੇ ਮਤਲਬ 2.5 ਘੰਟੇ ਹੋ ਗਏ ਹੈ। ਤੇ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਦੀ ਨੂੰਹ ਤੋਂ ਪਹਿਲੇ 2 ਕੁੜੀਆਂ ਸੀਗੀਆਂ ਤੇ ਕਿਤੇ ਉਮੀਦ ਸੀਗੀ ਕਿ ਹੁਣ ਜਿਹੜਾ ਤੀਜਾ ਹੋਵੇ ਉਹ ਨਿਆਣਾ ਮੁੰਡਾ ਹੋਵੇ। ਨਹੀਂ, ਮੈਂ ਤੁਹਾਨੂੰ ਦੱਸਦੀ ਹਾਂ, ਸਾਨੂੰ ਇਹਦੀ ਮਾਸੀ ਨੇ ਵੀ ਕਿਹਾ ਸੀਗਾ ਕਿ ਮੈਂ ਚੈੱਕ ਕਰਾ ਦਿੰਨੀ ਹੈ। ਫਿਰ ਵੋਟੀ ਸਾਡੀ ਵੀ ਕਹਿੰਦੀ ਸੀ ਮੰਮੀ ਦਵਾਈ ਖਵਾ ਦਿਓ, ਵੀ ਰਹਿ ਨਹੀਂ ਦਿਓ, ਦਵਾਈ ਖਵਾ ਦਿਓ। ਮੈਂ ਕਿਹਾ ਪੁੱਤ ਵੇਖ, ਜੋ ਪ੍ਰਮਾਤਮਾ ਨੇ ਆਪਾਂ ਨੂੰ ਦੇਣਾ ਵਾ ਕੋਈ ਗੱਲ ਨਹੀਂ, ਚੰਗਾ ਹੀ ਦੇਣਾ। ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਹੁੰਦਾ ਹੈਗਾ। ਤੇ ਕੋਈ ਨਹੀਂ, ਸਾਨੂੰ ਨਹੀਂ ਹੈਗਾ ਤਾਂ ਤੈਨੂੰ ਕਿਉਂ ਹੋਊਗਾ? ਜੇ ਰੱਬ ਨੇ ਦੇ ਹੀ ਦਿੱਤਾ ਤੇ ਆਪਾਂ ਕੁਛ ਨਹੀਂ ਇੱਦਾਂ ਦਾ ਕਰਨਾ ਹੈਗਾ। ਤੇ ਇਹਦੀ ਮਾਸੀ ਵੀ ਕਹਿੰਦੀ ਕਾਫੀ ਮੇਰਾ ਜਾਣ ਪਛਾਣ ਹੈਗੀ ਡਾਕਟਰਾਂ ਨਾਲ, ਤੇ ਮੈਂ ਕਰਾ ਦੂੰਗੀ। ਮੇਰੇ ਨਾਲ ਵੀ ਕਾਫੀ ਵਾਰੀ ਗੱਲ ਹੋਈ। ਮੈਂ ਕਿਹਾ ਕੋਈ ਗੱਲ ਨਹੀਂ, ਅਸੀਂ ਨਹੀਂ ਕੁਝ ਵੀ ਕਰਾਣਾ, ਨਾ ਸਾਡੇ ਕੋਲ ਇੰਨਾ ਹੈਗਾ ਵਾ ਭਾਈ, ਝੂਠ ਕੱਲ ਹੀ ਬੋਲਣਾ ਸੀ। ਤੇ ਉਹ ਕੁੜੀ ਪਤਾ ਨਹੀਂ 2 ਦਿਨ ਰਹਿ ਕੇ ਵੀ ਆਈ ਸੀ, ਮਾਂ ਇਹਦੀ ਆਈ ਸੀ ਉੱਥੋਂ ਜੰਮੂ ਤੋਂ। ਉਦੋਂ ਇਹਨਾਂ ਨੇ ਲਿੰਕ ਡੈਸ ਕਰਾਇਆ ਜਾਂ ਕਿੱਦਾਂ ਕਰਾਇਆ, ਸਾਡੇ ਕੋਲ ਉਹ ਵੀ ਰਿਕਾਰਡਿੰਗ ਹੈ ਜਿੰਦੇ 'ਚ ਆਪਦੇ ਭਰਾ ਨੂੰ ਕਹਿੰਦੀ ਪਈ ਹੈ ਪਾਪਾ ਨੂੰ ਜਲਦੀ ਭੇਜ ਦੇ, ਤੇ ਜਿਹੜਾ ਵੀ ਕੰਮ ਹੈਗਾ ਜਲਦੀ ਹੋ ਜਾਵੇ। ਮਤਲਬ ਕਿ ਇੱਥੋਂ ਜਾਣ ਤੋਂ ਪਹਿਲਾਂ ਉਹਨੇ ਆਪਣੇ ਪਾਪਾ ਨੂੰ ਫੋਨ ਕੀਤਾ ਹੈ ਤੇ ਕਿਹਾ ਹੈ ਕਿ ਮੈਨੂੰ ਇੱਥੋਂ ਲੈ ਜਾਓ, ਜਲਦੀ ਲੈ ਜਾਓ, ਜਲਦੀ ਦੇ ਕੰਮ ਨਿਬੜ ਜੇ ਆਪਣਾ ਜੀ। बोलने कम खत्म हैगा और के ਜਿੰਨੀ ਜਲਦੀ ਭੇਜੋਗੇ ਇਹ ਰਿਕਾਰਡਿੰਗ ਕਿਹਦੇ ਫੋਨ ਤੋਂ ਭੇਜੀ ਸੀਗੀ? ਮੇਰੇ ਬੇਟੇ ਦੇ ਫੋਨ। ਤੁਹਾਡੇ ਫੋਨ ਤੋਂ? ਮੈਂ ਤਾਂ ਇਹੀ ਹੱਥ ਜੋੜਦੀ ਇਹ ਮਾਤਾ ਰਾਣੀ, ਜਿੱਦਾਂ ਮੇਰੀ ਪੋਤੀ ਨਾਲ ਕੀਤਾ ਇਦਾਂ ਹੀ ਵੀਨਾਂ ਦੀ ਉਹ ਪੋਤੀਆਂ ਨਾਲ ਹੋਵੇ, ਇਹ ਸੋਨੂ ਦੀਆਂ ਹੋਵੇ, ਰਿਸ਼ਤੇਦਾਰਾਂ ਪੋਤੀਆਂ ਨਾਲ ਇਹਨਾਂ ਦੇ ਨਾਲ ਹੋਵੇ। ਇਹ ਜਿਹੜੀ ਹੀਨਾ ਵਾ 7 ਸਾਲ ਮੈਂ ਤਾਂ ਫੇਰ ਵੀ ਕਾਲਜੇ ਲਾਈ ਸੀ। ਇਹਨਾਂ ਨੇ ਤਾਂ ਆਪਣੀ ਨੂੰਹ 3 ਮਹੀਨੇ ਨੂਣ ਮਿਰਚ ਦਾ ਨਹੀਂ ਪਤਾ ਲੱਗਦਾ, 3 ਮਹੀਨਿਆਂ 'ਚ ਇਹਨਾਂ ਨੇ ਆਪਦੀ ਨੂੰਹ ਕੁੜੀ ਮਾਰਤੀ, ਆਪਦੀ ਭਰਜਾਈ ਮਾਰਤੀ ਇਹਨਾਂ ਨੇ ਰਲ ਕੇ ਹੈ। ਤੇ ਮੈਂ ਤਾਂ ਹੁਣ ਇਹੀ ਮੰਗ ਕਰੂੰਗੀ ਕਿ ਸਾਨੂੰ ਇੱਕ ਇਨਸਾਫ ਮਿਲੇ। ਮੇਰੀ ਜਿਹੜੀ ਪੋਤੀ ਮਰ ਗਈ ਉਹਦਾ ਇਨਸਾਫ ਉਹਨੂੰ ਵੀ ਮਿਲੇ। ਦੁਨੀਆ 'ਚ ਭਾਵੇਂ ਚੱਲ ਗਈ ਪਰ ਉਹਦਾ ਇਨਸਾਫ ਅਸੀਂ ਲੈ ਕੇ ਹੀ ਛੱਡਣਾ ਵਾ। ਇੱਕ ਪ੍ਰਿਯਲ ਮੇਰੀ ਪੋਤੀ ਹੈ, ਉਹਨੂੰ ਕੁਛ ਵੀ ਹੁੰਦਾ ਵਾ, ਕੋਈ ਵੀ ਕੁਛ ਹੁੰਦਾ ਜਾਂ ਉਹਨੂੰ ਕੋਈ ਕੁਛ ਕਰਦਾ ਵਾ, ਇਹ ਜ਼ਿੰਮੇਵਾਰ ਹੋਣਗੇ। ਮੇਰੀ ਪੋਤੀ ਉਹ ਵੀ ਮੈਨੂੰ ਦੇ ਦੇਵੇ। ਕਹਿੰਦੀ ਹੁੰਦੀ ਸੀ ਨਾ 3 ਇਹ ਬੱਚੇ ਸਾਂਭੇ, ਤੇ ਕੋਈ ਗੱਲ ਨਹੀਂ, ਮੈਂ ਹੁਣ 2 ਪੋਤੀਆਂ ਸਾਂਭਦੀ ਪਈਆਂ ਨੇ, ਇੱਕ ਪੋਤੀ ਸਾਂਭੀ ਗਈ ਹੈ। ਉਹ ਰੱਬ ਨੇ ਆਪਣੇ ਘਰ ਬੁਲਾ ਲਈ ਹੈ, ਇਹਨੇ ਭੇਜਤੀ ਹੈ ਦੁਨੀਆ 'ਚੋਂ, ਇਹਨੇ ਕੱਢਤੀ ਹੈ। ਇੱਕ ਪੋਤੀ ਜਿਹੜੀ ਮੇਰੀ ਉਹ ਮੈਂ ਸਾਂਭੀ ਹੋਈ, ਦੂਜੀ ਪੋਤੀ ਵੀ ਮੈਨੂੰ ਦੇ ਦਿਓ। ਬਸ ਮੈਂ ਦੂਜੀ ਪੋਤੀ ਵੀ ਲੈਣਾ ਚਾਹਨੀ ਹਾਂ। ਮੈਂ ਜੀਣਾ ਤਾਂ ਜੀਣਾ, ਮੈਨੂੰ ਦੂਜੀ ਪੋਤੀ ਮਿਲ ਜੇ। ਇੱਕ ਮੇਰੇ ਬੱਚੇ ਬਾਹਰ ਅੰਦਰ ਜਾਂਦੇ ਹੈਗੇ ਨੇ ਕੰਮ ਕਰਤੇ, ਕੱਲ ਨੂੰ ਇਹਨਾਂ ਨੂੰ ਕੁਛ ਵੀ ਹੁੰਦਾ, ਕੋਈ ਗੱਲਬਾਤ ਹਵੀ ਨਵੀਂ ਹੁੰਦੀ, ਇਹ ਸਾਰਾ ਪਰਿਵਾਰ ਇਹ ਮਿਲਿਆ ਜੁਲਿਆ ਹੈਗਾ, ਇਹਨਾਂ ਦੀ ਜ਼ਿੰਮੇਵਾਰੀ ਹੋਏਗੀ। ਇਹੀ ਹੋਣਗੇ ਜ਼ਿੰਮੇਵਾਰ। ਸੋਨੂ, ਵੀਨਾ, ਇਹ ਜਿਹੜੀਆਂ ਦੀਆਂ ਬਾਕੀ ਮਾਸੀਆਂ, ਉਹ ਮਾਮੀਆਂ ਮਾਸੀਆਂ, ਬਾਕੀ ਜਿਹੜਾ ਇਹ
ਇਹ ਕਿ ਸੂਰਜ ਪ੍ਰਕਾਸ਼ ਜਿਹੜੀ ਇਹਦੀ ਜਨਾਨੀ ਹੈ ਹੀਨਾ ਦੀ ਮੰਮੀ ਹੈ, ਉਹ ਇਹਦੇ ਭੈਣ ਭਰਾ ਸਾਰੇ, ਠੀਕ ਹੈ। ਤੇ ਇੱਕ ਜਿਹੜਾ ਰਵੀ ਹੈਗਾ ਜਿਹੜਾ ਇਹਦਾ ਫਰੈਂਡ ਹੈਗਾ ਵਾ ਨੇਹਾ ਦਾ ਹੈ, ਉਹ ਜ਼ਿੰਮੇਵਾਰ ਹੋਊਗਾ। ਉਹ ਮੁੰਡੇ ਨੂੰ ਬਹੁਤ ਧਮਕੀਆਂ ਦਿੰਦਾ ਸੀ, ਮੈਂ ਤੈਨੂੰ ਗੋਲੀ ਮਰਵਾ ਦੂੰਗਾ, ਮੈਂ ਤੇਰਾ ਕੰਮ ਕਢਵਾ ਦੂੰਗਾ। ਇਹ ਜ਼ਿੰਮੇਵਾਰ ਕਿਉਂ ਕਹਿੰਦੇ ਸੀ ਇਦਾਂ? ਪਹਿਲੇ ਕੋਈ ਗੱਲਬਾਤ ਹੋਈ ਸੀਗੀ? ਪਹਿਲੋਂ ਗੱਲਬਾਤ ਕੋਈ ਨਹੀਂ ਹੋਈ ਸੀ, ਪਹਿਲੋਂ ਵੀ ਰਹਿਣ ਗਈ ਹੋਈ ਸੀਗੀ, ਭੈਣ ਦੇ ਤੇ ਭਰਾ ਦੇ ਵਿਆਹ 'ਚ ਗਈ ਸੀ। ਉੱਥੇ ਪਿਓ ਨੇ ਨਹੀਂ ਸੀ ਭੇਜਿਆ, ਕਹਿੰਦਾ ਮੈਂ ਜਦੋਂ ਮੁੰਡੇ ਦਾ ਵਿਆਹ ਕਰ ਲਵਾਂ ਨਾ, ਮੈਂ ਰੱਖਦਾ ਹੁੰਨਾ ਵਾ ਕੁੜੀਆਂ ਨੂੰ, ਤੇ ਮੈਨੂੰ ਕਹਿੰਦਾ ਤੁਸੀਂ ਤਰੀਕ ਨੋਟ ਕਰ ਲਓ। ਮੈਂ ਕਿਹਾ ਭਾਜੀ ਮੈਂ ਨਹੀਂ ਕਰਨੀ ਤਰੀਕ ਨੋਟ, ਤੁਸੀਂ ਕਰੋ। ਫਿਰ ਮੈਂ ਇਹ ਵੀ ਗੱਲ ਕਹੀ, ਮੈਂ ਕਿਹਾ ਵੇਖੋ ਕਿ ਜਦੋਂ ਆਪਾਂ ਮੁੰਡੇ ਵਿਆਹ ਲਈ ਦੇ ਨਾ, ਕੁੜੀਆਂ ਨਹੀਂ ਘਰ ਰੱਖੀ ਦੀਆਂ ਹੁੰਦੀਆਂ, ਕੁੜੀਆਂ ਨੂੰ ਆਪਾਂ ਭੇਜ ਦੇਈਦਾ ਹੁੰਦਾ ਆਪਣੇ ਘਰ 'ਚ, ਤੁਸੀਂ ਵੀ ਭੇਜੋ। ਤੇ ਕਹਿੰਦਾ ਨਹੀਂ ਜੀ ਮੈਂ ਤਾਂ ਰੱਖਣੀ ਹੈ। ਮੈਂ ਕਿਹਾ ਚਲੋ ਤਰੀਕ ਵੀ ਤੁਸੀਂ ਨੋਟ ਕਰੋ, ਭੇਜ ਦਿਓ ਜਦੋਂ ਭੇਜਣਾ ਹੋਇਆ। ਅਸੀਂ ਇੱਥੇ ਆਣ ਕੇ ਕੇਸ ਲਾਤਾ, ਸਾਡੀ ਤਾਂ ਬਵਾਈ ਹੋ ਗਈ, ਜਿੱਦਾਂ ਇਹਨਾਂ ਨੇ ਸਾਡੀ ਇੱਕ ਨਹੀਂ ਚੱਲਣ ਦਿੱਤੀ। ਉਸ ਤੋਂ ਬਾਅਦ ਇਹ ਸੁਨੈਨਾ ਦਾ ਵੀ ਵਿਆਹ ਹੋ ਗਿਆ ਸੀ, ਸਾਡੀ ਤਾਂ ਨੂੰ ਉੱਥੇ ਹੀ ਸੀਗੀ। ਸੁਨੈਨਾ ਦਾ ਵਿਆਹ ਹੋ ਗਿਆ, ਇਹਨੇ ਵੀ ਆਪਦੀ ਸੱਸ ਨੂੰ ਮਾਰ ਕੁੱਟ ਕੇ ਤੇ ਉੱਥੇ ਚਲ ਗਈ ਸੀ, ਭਰਾ ਇਹਦੇ ਲੈ ਗਏ ਸੀ ਇਹਨੂੰ, ਠੀਕ ਹੈ। ਉਹ ਵੀ ਉੱਥੇ ਜਿਹੜੀ ਨੇਹਾ ਵਾ ਉਹ ਆਪਣੇ ਫਰੈਂਡ ਨਾਲ ਘੁੰਮਦੀ ਹੈ। ਰਾਤ ਦਿਨ ਜਿੱਦਣ ਇਹਨਾਂ ਨੇ ਭਰਜਾਈ ਮਾਰੀ, ਉਦਣ ਵੀ ਉਹ ਆਪਣੇ ਫਰੈਂਡ ਨਾਲ ਬਾਹਰ ਗਈ ਹੋਈ ਸੀ, ਜਿਹੜਾ ਰਵੀ ਡੋਗਰੀਆ, ਮੇਰੇ ਕੋਲ ਹੈਗਾ ਉਹਦਾ ਵੀ ਫੋਟੋ ਹੈਗੀ ਹੈ, ਵੇਖ ਸਕਦੀਆਂ ਤੁਸੀਂ, ਠੀਕ ਹੈ। ਤੇ ਉਹ ਉਹਦੇ ਨਾਲ ਗਈ ਹੋਈ ਸੀ। ਉਹ ਭਰਜਾਈ ਨੇ ਇੰਨੀ ਗੱਲ ਕਹੀ ਕਿ ਤੂੰ ਇਹ ਜਾਂਦੀ ਹੈਗੀ ਇਦਾਂ ਕਰਕੇ ਗੱਲਬਾਤ। ਇਹਨਾਂ ਤਿੰਨਾਂ ਨੇ ਭੈਣਾਂ ਨੇ ਮਾਰਤੀ ਰਲ ਕੇ, ਜਿਹੜੀ ਉਹ ਸੀਗੀ ਨੀਸ਼ਾ ਕੁੜੀ, ਉਹ ਵੀ ਮਾਰਤੀ। ਉੱਥੋਂ ਆਈ ਕਤਲ ਕਰਕੇ, ਉਲਟਾ ਮੇਰੀ ਪੋਤੀ ਵੀ ਮਾਰਤੀ ਇਹਨਾਂ ਨੇ ਰਲ ਕੇ। ਇਹ ਤਾਂ ਦੋ ਕਤਲ ਕਰਤੇ। ਮੈਨੂੰ ਕੀ ਪਤਾ ਮੇਰੇ ਘਰ ਦਾ ਨਹੀਂ ਕਿਸੇ ਨੂੰ ਮਾਰ ਕੇ ਚਲੇ ਗਈ, ਜਿੱਦਾਂ ਦੇ ਕੰਮ ਕਰਦੇ ਹੈਗੇ ਨੇ। ਧੀਆਂ ਨੂੰ ਮਾਪਿਓ ਸਿਖਾਉਂਦੇ ਨੇ ਕਿ ਤੂੰ ਆਪਣਾ ਘਰ ਪੁੱਤ ਬਣਾਉਣਾ ਜਿੱਦਾਂ ਵੀ ਹੈਗਾ। ਇਹ ਤਾਂ ਉਲਟਾ ਮਾਂ ਘਰ ਉਜਾੜਦੀ ਪਈ ਹੈ। ਮਾਂ ਨੇ ਉਜਾੜਿਆ, ਰਲ ਮਿਲ ਕੇ ਇਹਨਾਂ ਸਾਰਿਆਂ ਨੇ ਉਜਾੜਿਆ। ਆਹ ਵੇਖੋ ਰਿਪੋਰਟਾਂ, ਇਹ ਕੋਈ ਮੈਂ ਪਾਗਲ ਨਹੀਂ ਹੈਗੀ, ਇਹ ਸਾਰੀਆਂ ਬਵੇਜਾ ਹਸਪੀਟਲ ਦੀ ਰਿਪੋਰਟ ਹੈ, ਠੀਕ ਹੈ। ਆ ਮੈਂ ਇਹਦੇ ਖੂਨ ਟੈਸਟ ਕਰਾਏ, ਠੀਕ ਹੈ। ਕਿਹਨਾਂ ਦੇ ਟੈਸਟ ਹੈ ਇਹ ਮੈਂ ਹੀਨਾ ਦੇ ਟੈਸਟ, ਮਤਲਬ ਠੀਕ ਹੈ। ਡਾਕਟਰ ਦਾ ਪਹਿਲਾਂ ਕੀ ਕਹਿਣਾ ਸੀ? ਨੋਰਮਲ। ਆ ਮੈਂ ਇੱਕ ਬਵੇਜਾ ਹਸਪੀਟਲ, ਇੱਕ ਸਿਵਲ ਹਸਪੀਟਲ, ਇੱਕ ਸਾਡੇ ਇੱਥੇ ਅੱਧੀ ਖੂਈ ਤੇ ਅੱਧਾ ਸਰਕਾਰੀ ਅੱਧਾ ਪ੍ਰਾਈਵੇਟ ਆ, ਉੱਥੇ ਵੀ ਆ ਵੇਖੋ ਮੈਂ ਸਾਰੇ ਆ ਕਰਾਏ ਹੈਗੇ। ਆ ਸਕੈਨਿੰਗਾਂ ਵੀ ਕਰਾਈਆਂ, ਆ ਵੇਖੋ ਡਬਲ ਮੈਂ ਸਾਰੇ ਕਰਾਏ ਆ। ਆ ਵੇਖੋ ਸਿਵਲ ਹਸਪੀਟਲ ਦੀ ਵੀ ਬਣਵਾਈ ਹੈਗੀ ਆ। ਆ ਵੇਖੋ ਇੰਜੈਕਸ਼ਨ ਵੀ ਸਾਰੇ ਲੱਗੇ ਆ, ਟੈਸਟ ਵੀ ਮੈਂ ਦੋ ਵਾਰੀ ਕਰਾਏ ਨੇ। ਆ ਵੇਖੋ ਸਾਰਾ ਮੈਂ ਕਰਾਇਆ ਵਾ, ਮੇਰੇ ਕੋਲ ਸਾਰਾ ਹੈਗਾ ਵਾ। ਉਹ ਨੋਰਮਲ ਡਿਲੀਵਰੀ ਦੱਸੀ ਸੀ, ਕੋਈ ਕੁਛ ਨਹੀਂ ਦੱਸਿਆ ਸੀ, ਤੇ ਕੋਈ ਇਦਾਂ ਦੀ ਗੱਲ ਨਹੀਂ ਦੱਸੀ ਸੀ ਵੀ ਉਹਨਾਂ ਨੇ ਇਦਾਂ ਹੋਊਗਾ ਜਾਂ ਉਦਾਂ ਹੋਊਗਾ, ਕੁਛ ਨਹੀਂ ਇਹਦੇ ਵਿੱਚ ਆਇਆ। ਸਿੰਪਲ ਉਹਨਾਂ ਨੇ ਦੱਸਿਆ ਸੀ। ਮਤਲਬ ਇੱਥੋਂ ਨਾਰਮਲ ਗਏ ਆ ਤੇ ਅੱਧੇ ਰਸਤੇ ਆਪਰੇਸ਼ਨ ਕਰਾ ਕੇ ਬੱਚਾ ਕਢਾਤਾ ਸੀ। ਹਾਂਜੀ ਆਪਰੇਸ਼ਨ ਕਰਾ ਕੇ ਨਹੀਂ, ਇਹ ਜਦੋਂ ਇੱਥੋਂ ਗਏ ਨਾ 12:30 ਵਜੇ ਗਏ, 3 ਵਜੇ ਸਾਨੂੰ ਫੋਨ ਆਇਆ। ਇਹ ਮਾਸੀ ਨੇ ਇੰਜੈਕਸ਼ਨ ਲਾਤੇ ਹੋਏ ਸੀ। ਮਾਸੀ ਜਿਹੜੀ ਉਹ ਹੈਗੀ ਹੈ ਇੱਕ ਨਰਸ, ਆਪਣੇ ਆਪ ਨੂੰ ਦੱਸਦੀ ਦਾਈ ਦਾ ਕੰਮ ਕਰਦੀ ਹੈ, ਤੇ ਉਹਨੇ ਇੰਜੈਕਸ਼ਨ ਲਾਏ ਨੇ। ਸਾਡੇ ਕੋਲ ਜਿਹੜੀ ਵੋਟੀ ਦੀ ਰਿਕਾਰਡਿੰਗ ਉਹਦੇ 'ਚ ਇਹੀ ਕਹਿੰਦੀ ਹੈ ਪਾਪਾ ਨੂੰ ਜਲਦੀ ਭੇਜ ਦੇ, ਕੰਮ ਜਲਦੀ ਹੋ ਜਾਊਗਾ। ਮਤਲਬ ਪਹਿਲੇ ਪਲੈਨਿੰਗ ਸੀਗੀ ਕਿ ਅਸੀਂ ਨਿਆਣਾ ਕਢਾਣਾ ਆ, ਹਨਾ? ਹਾਂਜੀ ਆ ਜਿਹੜੀ ਮੇਰੀ ਬੇਟੀ ਪੋਤੀ ਮੇਰੀ ਚਲੀ ਗਈ ਹੈ, ਆ ਵੇਖੋ ਆਉਂਦੀਆਂ ਸਾਰਾ ਹੈਗਾ ਰਿਪੋਰਟਾਂ ਉੱਥੋਂ। ਆ ਸਾਰੇ ਅਸੀਂ ਬਿੱਲ ਜਿਹੜੇ ਪੇ ਕੀਤੇ ਆ ਸਾਰੇ ਵੇਖੋ, ਅਸੀਂ 20-10 ਹਜ਼ਾਰ ਦਾ ਜੋ ਵੀ ਅਸੀਂ ਲਾਇਆ, ਚਲੋ ਅਸੀਂ ਆਪਦੀ ਪੋਤੀ ਦੇ ਲਾਇਆ, ਅਸੀਂ ਕਿਸੇ ਨੂੰ ਕੀ ਕਹਿਣਾ। ਆ ਸਾਰਾ ਹੀ ਉਹਦਾ ਬਿੱਲ ਬੁੱਲ ਜੋ ਵੀ ਹੈਗਾ ਵੇਖੋ, ਆ ਸਾਰਾ ਕੁਝ ਹੁੰਦਾ। ਕਿੰਨਾ ਕੀ ਖਰਚਾ ਹੋ ਗਿਆ ਸੀ ਜਾਨ ਬਚਾਉਣ ਲਈ? ਜਾਨ ਬਚਾਉਣ ਲਈ ਤਾਂ ਹੁਣ ਅਸੀਂ ਤਾਂ ਆਪਣੇ ਵੱਲੋਂ ਤਾਂ ਬਹੁਤ ਕੋਸ਼ਿਸ਼ ਕਰਤੀ ਹੈ, ਆਪਣੇ ਵੱਲੋਂ ਤਾਂ ਹੈਸੀਅਤ ਤੋਂ ਵੱਧ ਕੇ ਲਾਤਾ ਵਾ ਅਸੀਂ, ਤੇ ਉਹਦੀ ਜਾਨ ਪਰ ਨਹੀਂ ਬਚੀ ਹੈਗੀ। ਸਾਨੂੰ ਤਾਂ ਇਹੀ ਦੁੱਖ ਆ ਕਿ ਪਤਾ ਨਹੀਂ ਕੀ ਹੋ ਗਿਆ ਵੀ ਜਿਹੜਾ ਕਿ ਕੁੜੀ ਮੇਰੀ ਬਚੀ ਨਹੀਂ ਹੈਗੀ। ਮੈਂ ਤਾਂ ਆਪਣੀ ਕੁੜੀ ਕਹੂੰਗੀ, ਪੋਤੀ ਤਾਂ ਹੁਣ ਕਹਿਣਾ ਹੀ ਨਹੀਂ ਹੈ, ਮੇਰੀਆਂ ਕੁੜੀਆਂ ਵਾ, ਪ੍ਰੀਅਲ ਵੀ ਮੈਨੂੰ ਦਿੱਤੀ ਜਾਵੇ, ਬਸ ਉਹ ਬਚੀ ਨਹੀਂ ਹੈਗੀ। ਇਹਨਾਂ ਨੇ ਮਾਰਤਾ, ਰਲ ਕੇ ਮਾਰਤਾ। ਕੁੜੀ ਦਾ ਬਹੁਤ ਬੁਰਾ ਹਾਲ ਸੀਗਾ, ਇਹਨਾਂ ਨੇ ਰਲ ਕੇ ਮਾਰਤਾ ਕੁੜੀ ਮੇਰੀ ਨੂੰ। ਬਸ ਜਿਹੜੀ ਪਹਿਲੇ ਦੋ ਕੁੜੀਆਂ ਕਿੰਨੇ ਸਾਲ ਦੀਆਂ ਹੈ? ਇੱਕ 7ਵਾਂ ਸਾਲ ਲੱਗਾ, ਇੱਕ ਨੂੰ 7ਵਾਂ ਲੱਗਾ, ਇੱਕ ਨੂੰ 4ਥਾ ਸਾਲ ਲੱਗਾ। ਉਹ ਨੋਰਮਲ ਹੋਈਆਂ, ਕੋਈ ਗੱਲ ਹੀ ਨਹੀਂ ਸੀ ਹੈਗੀ ਇਦਾਂ ਦੀ। ਮੈਂ ਤੇ ਇਹ ਕਹਿਣਾ ਚਾਹੁੰਦੀ ਹਾਂ, ਮਾਂ ਨੂੰ ਦਰਜਾ ਦਿੱਤਾ ਗਿਆ ਰੱਬ ਦਾ, ਤੇ ਜੇ ਰੱਬ ਵੀ ਉੱਠ ਕੇ ਇਦਾਂ ਕਰੇ ਤਾਂ ਉਹ ਚੰਗੀ ਗੱਲ ਨਹੀਂ ਹੈਗੀ। ਤੇ ਇਸ ਕਰਕੇ ਮੈਂ ਕਹਿੰਦੀ ਹਾਂ ਕਿ ਸਮਝਣਾ ਚਾਹੀਦਾ, ਮਾਵਾਂ ਨੂੰ ਆਪਣੀਆਂ ਧੀਆਂ ਨੂੰ ਸਮਝਾਉਣਾ ਚਾਹੀਦਾ ਵੀ ਆਪਣਾ ਘਰ-ਬਾਰ ਬਣਾਓ, ਤੁਸੀਂ ਵਧੀਆ ਤਰੀਕੇ ਨਾਲ ਰਹੋ, ਵੀ ਇਦਾਂ ਨਾ ਤੁਸੀਂ ਆਪਣੇ ਘਰਾਂ 'ਚ ਬੁਲਾਓ ਆਪਦੀਆਂ ਕੁੜੀਆਂ ਨੂੰ, ਜਿੰਦੇ ਨਾਲ ਘਰ ਖਰਾਬ ਹੋ ਜਾਣ। ਘਰ ਉਹਨਾਂ ਦਾ ਵੀ ਵੇਖੋ, ਆਪਣੇ ਹੁਣ ਭਰਾ ਦਾ ਵੀ ਘਰ ਖਰਾਬ ਕਰ ਲਿਆ। ਹੁਣ ਉਲਟਾ ਜਿਹੜਾ ਲੈ ਕੇ ਗਿਆ ਸੀ ਸਿਰ ਚੱਕ ਕੇ ਪਿਓ ਉਹਦਾ,
ਤੇ ਉਹਨੇ ਕੀ ਆਪਣੇ ਮੁੰਡੇ ਦਾ ਵੀ ਘਰ ਖਰਾਬ ਹੋ ਗਿਆ, ਹੁਣ ਉਹਨੇ ਆਪਣੇ ਹੱਥੀ ਆਪਣੀ ਧੀ ਦਾ ਵੀ ਘਰ ਖਰਾਬ ਕਰਤਾ। ਜੇ ਕੱਲ ਨੂੰ ਤੁਹਾਡੀ ਨੂੰਹ ਕਹਿ ਦੇਵੇ ਕਿ ਮੈਂ ਇੱਥੇ ਰਹਿਣਾ ਹੈ, ਮੈਂ ਇੱਥੇ ਬਸਣਾ ਚਾਹੁੰਦੀ ਹਾਂ, ਮੈਂ ਮਾਫੀ ਮੰਗਦੀ ਹਾਂ, ਫਿਰ ਤੁਸੀਂ ਕੀ ਕਹੋਗੇ? ਮਾਫੀਆਂ ਦੇ ਵੇਖੋ 1-2 ਵਾਰੀ ਅੱਗੇ ਵੀ ਮੰਗ ਚੁੱਕੀ ਆ, ਹੁਣ ਤਾਂ ਮਾਫੀ ਵਾਲੀ ਕੋਈ ਗੱਲ ਹੀ ਨਹੀਂ ਰਹਿ ਗਈ। ਮੇਰੀ ਪੋਤੀ ਚਲ ਗਈ ਦੁਨੀਆ 'ਚੋਂ, ਐਡਾ ਵੱਡਾ ਕਾਂਡ ਕਰਤਾ ਵਾ ਰਲ ਮਿਲ ਕੇ, ਹੁਣ ਤਾਂ ਕੋਈ ਵਸਣ ਵਾਲੀ ਗੱਲ ਨਹੀਂ ਹੈਗੀ। ਹੁਣ ਤਾਂ ਸਾਡੇ ਦਿਲ ਨਾ ਜਿਹੜੇ ਅੱਗੇ ਇੰਨੇ ਨਰਮ ਸੀਗੇ ਤੇ ਹੁਣ ਤਾਂ ਵਸਣ ਵਾਲੀ ਕੋਈ ਗੱਲ ਨਹੀਂ। ਨਾਲੇ ਇਹਨਾਂ ਨੇ ਉਸ ਟਾਈਮ ਵੀ ਕਹਿਤਾ ਜਦੋਂ ਪੋਤੀ ਫੜਾਈ ਆ, ਇਹਦੀ ਭੂਆ ਨੇ ਵੀ ਤਲਾਕ ਦੇ ਦਿਓ ਸਾਨੂੰ, ਮਿੰਟ ਤੇ ਕਹਿੰਦੇ ਤਲਾਕ ਤੇ ਮਿੰਟ ਤੇ ਕਹਿੰਦੇ ਆਪਣੇ ਮੂੰਹੋਂ ਕਹਿੰਦੇ ਆ, ਬਾਕੀ ਹੁਣ ਵਸਣ ਵਾਲੀ ਕੋਈ ਗੱਲ ਨਹੀਂ ਹੈਗੀ। ਹੁਣ ਜਿੱਦਾਂ ਹੈਗਾ ਵਾ ਚੱਲੀ ਜਾਊਗਾ। ਸਾਡਾ ਅਸੀਂ ਕੇਸ ਵੀ ਲਾਇਆ ਹੋਇਆ ਵਾ, ਕੇਸ ਸਾਡਾ ਲੱਗਾ ਹੋਇਆ ਵਾ, ਅਸੀਂ ਵਸਣ ਵਾਲੀ ਕੋਈ ਗੱਲ ਨਹੀਂ ਹੈਗੀ। ਮੇਰਾ ਮੁੰਡਾ ਦੋਨੇ ਕੁੜੀਆਂ ਪਾਲੂਗਾ ਆਪਣੀਆਂ, ਮੈਂ ਪਾਲੂੰਗੀ, ਮਾਂ ਵਾਂ ਮੈਂ ਉਹਨਾਂ ਦੀ, ਮੈਂ ਪਾਲੂੰਗੀ, ਮੈਂ ਮਾਂ ਵਾਂ, ਮੈਂ ਦਾਦੀ ਨਹੀਂ, ਮੈਂ ਮਾਂ ਵਾਂ। ਇਹਨੂੰ ਮੈਂ ਬਸ ਮੈਂ ਮਾਂ ਬਣ ਕੇ ਹੀ ਦਿਖਾਣਾ ਵਾ। ਇਹ ਜਿਹੜਾ ਕਹਿੰਦੀ ਸੀ ਦਾਦੀ ਪਾਲੇ, ਕੋਈ ਨਹੀਂ, ਮੈਂ ਪਾਲੂੰਗੀ। ਮੇਰੇ ਬੱਚੇ ਦੀ ਅਨਸਾ ਮੈਂ ਕਿਉਂ ਛੱਡਾਂ? ਉਹ ਛੱਡ ਸਕਦੇ ਆ ਧੀਆਂ ਕਰਕੇ, ਮੈਂ ਨਹੀਂ ਛੱਡ ਸਕਦੀ। ਜੀ ਜਿੱਥੇ ਕਿਹਾ ਜਾਂਦਾ ਹੈ ਕਿ ਸਹੁਰਾ ਘਰ ਕੁੜੀਆਂ ਨੂੰ ਬਰਬਾਦ ਕਰਦਾ ਹੈ, ਤੰਗ ਕਰਦਾ ਹੈ, ਪਰ ਇੱਥੇ ਕਹਾਣੀ ਉਲਟੀ ਪੈ ਗਈ। ਇੱਥੇ ਜਿਹੜੇ ਕੁੜੀ ਦਾ ਘਰ ਸੀਗਾ, ਜਿਹੜੇ ਉਹਨਾਂ ਦੇ ਮਾਪੇ ਸੀਗੇ, ਉਹੀ ਕੁੜੀ ਨੂੰ ਲੈ ਗਏ ਤੇ ਉਹ ਜਿਹੜਾ ਕੁੜੀ ਦਾ ਸਹੁਰਾ ਘਰ ਸੀਗਾ ਪੂਰਾ ਉਜਾੜ ਦਿੱਤਾ ਹੈ। ਜੀ ਇਸ ਵਕਤ ਮੈਂ ਉਹਨਾਂ ਦੇ ਘਰ ਹਸਬੈਂਡ ਦੇ ਨਾਲ ਗੱਲ ਕਰੂੰਗੀ, ਹੀਨਾ ਦੀ ਜੇ ਹਸਬੈਂਡ ਜੀ ਨਾਲ ਗੱਲ ਕਰੂੰਗੀ। ਹਾਂਜੀ ਭਾਜੀ, ਕੀ ਕਹਿਣਾ ਹੈ ਤੁਸੀਂ ਇਸ ਵਕਤ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿੰਦਾ ਸਾਨੂੰ ਇਨਸਾਫ ਮਿਲੇ। ਕਿਹੜੀ ਇਹਨਾਂ ਨੇ ਮੇਰੀ ਬੇਟੀ ਮਾਰੀ ਆ, ਤੀਸਰੀ ਕੁੜੀ ਹੋਈ ਆ, ਤੇ ਇਹ ਸਾਰੀ ਇਹਨਾਂ ਦੇ ਵਿੱਚ ਮਿਲੀ ਭਗਤ ਹੈਗੀ ਆ ਇਹਨਾਂ ਦੀ ਸਾਰਿਆਂ ਦੀ। ਮੈਂ ਘਰੇ ਹੈ ਨਹੀਂ ਸੀਗਾ, ਮੈਂ ਕੰਮ ਤੇ ਸੀਗਾ, ਤੇ ਇਹ ਆਏ ਮੇਰੇ ਮੰਮਾ ਕੋ, ਤੇ ਇਹਨਾਂ ਸਾਰੀ CCTV ਕੈਮਰੇ ਵੀਡੀਓ ਹੈਗੀ ਆ, ਸਾਰੀ ਕਢਾ ਲਈ ਹੋਈ ਆਪਾਂ। ਤੇ ਆਏ ਜਦ ਮੰਮਾ ਮਨਾ ਕਰ ਦੇਵੇ 6.5 ਮਹੀਨਾ ਲੱਗਾ, ਤੁਸੀਂ ਨਾਲ ਲੈ ਕੇ ਜਾਓ। ਇਹ ਜ਼ਬਰਦਸਤੀ ਇਹਨਾਂ ਦੀ ਮਿਲੀ ਭਗਤ ਹੈਗੀ। ਇਹਨਾਂ ਨੇ ਨਾ ਕੋਈ ਪਲੈਨਿੰਗ ਖੇਲੀ ਹੋਈ ਨਹੀਂ ਪਹਿਲਾਂ। ਮੇਰੀ ਵਹੁਟੀ ਜਾਂਦੀ ਸੀ ਮਾਸੀ ਘਰੇ, ਤੇ ਉਹਨਾਂ ਨੇ ਕਿਤੇ ਆਂਦੀ ਜਾਂਦੇ ਕਿਹਦਾ ਨਾ ਟੈਸਟ ਕਰਾ ਲਿਆ ਹੋਵੇ, ਚੈੱਕਅਪ ਕਰਾਇਆ ਹੋਵੇ ਕੁੜੀ ਆ ਤੇ ਮੁੰਡਾ। ਮੈਨੂੰ ਵੀ ਕਈ ਲੈ ਮਾਸੀ ਨੇ ਕਿਹਾ ਪੈਸੇ ਖਰਚ, ਮੈਂ ਕਿਹਾ ਮੈਂ ਪੈਸਾ ਕੋਈ ਨਹੀਂ ਖਰਚਣਾ, ਕੁੜੀ ਹੋਵੇ ਮੇਰੇ ਮੁੰਡਾ ਹੋਵੇ, ਮੈਨੂੰ ਕੁੜੀਆ ਵੀ ਇੱਕੋ ਹੀ ਆ, ਮੈਂ ਕੁੜੀ ਪਾਲਾਂਗਾ। ਮੇਰੀ ਕਿਸੇ ਨੇ ਨਾ ਨਾਨਕਿਆਂ ਨੇ ਪਾਲਣੀ, ਠੀਕ ਹੈ, ਕਿੰਨੇ ਦਾਦਕੇ ਜਿੰਦੇ ਉਹ ਕਰਨਗੇ, ਬਾਕੀ ਮੈਂ ਹੀ ਜੰਮੀ ਆ, ਮੈਂ ਹੀ ਪਾਲਾਂਗਾ। ਤੇ ਇਹਦਾ ਕਿਹੜਾ ਡੈਡੀ ਹੈਗਾ ਵਾ, ਉਹ ਕਹਿੰਦੇ ਅਸੀਂ ਮਾਸੀਆ ਭੂਆ 2 ਇਹਦੀਆਂ, ਇੱਕ ਭੂਆ 2 ਮਾਸੀਆ, ਤੇ ਡੈਡੀ ਸਹੁਰਾ ਮੇਰਾ ਲੈ ਗਿਆ ਨਾ ਜੰਮੂ। ਮਕੇਰੀਆ ਜਾ ਕੇ ਤੇ ਰਾਹ ਵਿੱਚ ਮੈਨੂੰ 3 ਵਜੇ ਫੋਨ ਆਇਆ, ਕਹਿੰਦੇ ਇੱਦਾਂ ਦੀ ਗੱਲ ਆ, ਤੇ ਤਬੀਅਤ ਨਹੀਂ ਹੈਗੀ ਤੇਰੀ ਵਹੁਟੀ ਠੀਕ, ਤੇ ਤੂੰ ਜਲਦੀ ਪਹੁੰਚ। ਮੈਂ ਕਿਹਾ ਮੈਂ ਅੰਮ੍ਰਿਤਸਰ ਆ, ਤੇ ਮੈਂ ਤੁਹਾਡੇ ਕੋਲ ਥੋੜ੍ਹੀ ਦੇਰ ਤੱਕ ਆ ਜਾਂਦਾ ਵਾ, ਕੋਈ ਗੱਲ ਨਹੀਂ। ਕਹਿੰਦੇ ਨਹੀਂ, ਮੈਂ ਕਿਹਾ ਹੁਣ ਟਾਈਮ ਲੱਗਣਾ ਹੈਗਾ, ਅੰਮ੍ਰਿਤਸਰੋਂ ਆਉਣ ਨੂੰ ਵੀ ਟਾਈਮ ਲੱਗਦਾ। ਤੇ ਮੈਂ ਫਿਰ ਉੱਧਰੋਂ ਫੋਨ ਕਰਨੇ ਸ਼ੁਰੂ ਕਰਤੇ ਮੰਮਾ ਨੂੰ ਕੀਤੇ। ਮੰਮਾ ਕਹਿੰਦੇ ਮੈਂ ਘਰੇ ਨਹੀਂ, ਮੈਂ ਨਾ ਤੇਰੇ ਚਾਚੇ ਦਾ ਪਤਾ ਲੈਣ ਚੱਲ ਗਈ ਸੀਗੀ, ਲੁਧਿਆਣੇ ਜਾਂਦੀ ਪਈ ਆ, ਕੈਂਸਰ ਸੀ ਨਾ ਮੇਰੇ ਚਾਚਾ ਜੀ ਨੂੰ, ਤੇ ਉਹਦੇ ਕਰਕੇ ਫਿਰ ਘਰੇ ਤਾਲਾ ਲੱਗਾ ਸੀ। ਅਸੀਂ ਕੰਮ ਤੇ ਸੀ, ਡੈਡੀ ਮੈਂ ਮੇਰਾ ਬ੍ਰਦਰ, ਤੇ ਫਿਰ ਅਸੀਂ ਉੱਧਰੋਂ ਕਿੱਦਾਂ ਹੀ ਗੱਡੀ ਕੱਢੀ ਫਟਾਫਟ, ਫਿਰ ਮੰਮਾ ਵੀ ਮੁੜਿਆ ਵਾਪਸ। ਤੇ ਅਸੀਂ ਆਂਦੇ ਪਏ, ਤੇ ਮੈਂ ਨਾ ਰਾਹ ਵਿੱਚ ਆਪਣੇ ਜੀਜਾ ਨੂੰ ਫੋਨ ਕੀਤਾ, ਉਹ ਕਹਿੰਦੇ ਕੋਈ ਨਹੀਂ ਆਪਾਂ ਗੱਡੀ ਤਿਆਰ ਕੀਤੀ ਆ, ਆਪਾਂ ਮਕੇਰੀਆ ਚੱਲਦੇ। ਫਿਰ ਮੈਨੂੰ ਮਾਸੀ ਸਾਹਿਬ ਦਾ ਫੋਨ ਆ ਗਿਆ ਥੋੜੀ ਦੇਰ ਤੱਕ। ਮੈਂ ਕਿਹਾ ਮਾਸੀ ਜੀ ਮੈਨੂੰ ਇਹ ਦੱਸੋ, ਮੇਰੀ ਜਨਾਨੀ ਠੀਕ ਆ, ਮੇਰਾ ਬੱਚਾ ਠੀਕ ਆ, ਦੋਵੇਂ ਪਰਿਵਾਰ ਕਿੱਦਾਂ, ਦੋਵੇਂ ਜਨਾਨੀ ਬੱਚਾ ਠੀਕ ਹੋਣੇ ਚਾਹੀਦੇ। ਤੇ ਤੁਸੀਂ ਇੱਦਾਂ ਕਰੋ, ਬਾੜੀ ਗੱਲ ਆ ਨਾ, ਜੇ ਤੁਹਾਡੇ ਕੋਲ ਨਹੀਂ ਕੁਝ ਹੁੰਦਾ ਤੇ ਤੁਸੀਂ ਜਲੰਧਰ ਲਿਆਓ ਮੇਰੇ ਕੋਲ ਦੋਵੇਂ, ਤੇ ਮੈਂ ਜਲੰਧਰ ਆਪਣੇ ਰਿਸ਼ਤੇਦਾਰ ਰਿਐਲਿਟੀ ਹੈਗੇ ਆ, ਮੈਂ ਉਹਨਾਂ ਨੂੰ ਕਰਕੇ ਤੇ ਦਾਖਲ ਕਰਾ ਦਿੰਦਾ, ਚੰਗੇ ਹਸਪਤਾਲ ਇਲਾਜ ਕਰਾ ਦਾਂਗਾ ਇਹਨਾਂ ਦਾ। ਇਹ ਨਹੀਂ ਮੰਨੇ, ਕਹਿੰਦੇ ਅਸੀਂ ਨਾ, ਮੇਰੀ ਭੂਆ ਸੱਸ ਦਾ ਫੋਨ ਆਇਆ, ਫਿਰ ਮਾਸੀ ਸੱਸ ਵੀ ਕਹਿੰਦੀ ਅਸੀਂ ਆਪਣੀ ਕੁੜੀ ਲੈ ਕੇ ਜਿਹੜਾ ਜੰਮੂ, ਤੇ ਤੂੰ ਆਪਣੀ ਕੁੜੀ ਤੈਨੂੰ ਫੜਾ ਦੇਣੀ ਆ, ਕਿੱਥੇ ਮਰਜ਼ੀ ਸਿੱਟ, ਇਹਨੂੰ ਵੇਚ, ਜੋ ਮਰਜ਼ੀ ਕਰ, ਸਾਡੀ ਕੁੜੀ ਨੂੰ ਤਲਾਕ ਦੇ। ਮੈਂ ਕਿਹਾ ਇਹ ਕਿਹੜੀ ਗੱਲ ਹੋ ਗਈ? ਮੈਂ ਕਿਹਾ ਮੈਂ ਤਾਂ ਆਪਣੀ ਜਨਾਨੀ ਨੂੰ ਵੀ ਕਿਹਾ, ਬੱਚੇ ਨੂੰ ਵੀ ਕਿਹਾ, ਦੋਵੇਂ ਠੀਕ ਠਾਕ ਨਾ, ਚਲੋ ਕੋਈ ਨਹੀਂ। ਬੱਚੇ ਦਾ ਮੈਂ ਕਿਹਾ ਮੇਰੀ ਜਨਾਨੀ ਦੱਸੋ, ਮੈਨੂੰ ਤਾਂ ਬੱਚਾ ਵੀ। ਫਿਰ ਇਹਨਾਂ ਨੇ ਇੱਦਾਂ ਗੱਲਬਾਤ ਕਰਦੇ ਨਾ, ਇਹਨਾਂ ਨੇ PMG ਹਸਪਤਾਲ ਅਸੀਂ ਫਿਰ ਜਲੰਧਰ ਪਹੁੰਚੇ, ਤੇ ਮਕੇਰੀਆ ਤੋਂ ਕਿਤੇ ਆਏ, ਆ ਕੇ ਅਸੀਂ PMG ਹਸਪਤਾਲ ਦਾਖਲ, ਪੈਸੇ ਦੇ ਦਿੱਤੇ ਜਦ ਨੂੰ ਗੱਲਬਾਤ ਕਰ ਲਈ ਡਾਕਟਰਾਂ ਨਾਲ, ਤੇ ਇਹ ਆ ਗਏ। ਇਹਨਾਂ ਨੇ ਭੂਆ ਨੇ ਤੇ ਮਾਸੀ ਨੇ ਇੱਦਾਂ ਚੱਕ ਕੇ ਮਾਰੀ ਕੁੜੀ, ਸਾਨੂੰ ਫੜਾਈ ਮੰਮੀ ਦੇ ਮੇਰੇ, ਕਹਿੰਦੇ ਆ ਫੜੋ ਆਪਣੀ ਕੁੜੀ, ਤੇ ਸਾਡੀ ਕੁੜੀ ਨੂੰ ਤਲਾਕ ਦੇਵੋ। ਤੇ ਮੈਂ ਕਿਹਾ ਚੇ ਤਲਾਕ ਵਾਲੀ ਗੱਲ ਨਹੀਂ, ਅਜੇ ਪਹਿਲਾਂ ਆਪਾਂ ਚੀਜ਼ ਦੇਖੀਏ। ਕਹਿੰਦੇ ਸਾਡੀ ਕੁੜੀ ਠੀਕ ਆ, ਨੋਰਮਲ ਹੈਗੀ ਸਾਡੀ ਕੁੜੀ, ਅਸੀਂ ਉਹਨੂੰ ਜੰਮੂ ਭੇਜਣ ਲੱਗੇ। ਫਿਰ ਅਸੀਂ ਰਾਤ ਸਾਰੀ ਇੱਧਰ ਲੱਗੇ ਰਹੇ। ਫਿਰ ਅਗਲੇ ਦਿਨ ਸਾਡੇ ਮਨ 'ਚ ਡਰ ਲੱਗਦਾ ਸੀਗਾ, ਕਿਉਂਕਿ ਅੱਗੇ ਵੀ ਨਾ 420 ਮੇਰੇ ਨਾਲ ਕੀਤੀ। ਇੱਕ ਜੰਮੂ ਰਵੀ ਮੁੰਡਾ ਹੈਗਾ, ਡੋਗਰਾ ਵਾ, ਤੇ ਇਹਦੀ ਮੇਰੀ ਸਾਲੀ ਦੀ ਕਿਤੇ ਉਹਨਾਂ ਗੱਲਬਾਤ ਹੈਗੀ ਆ, ਉਹਨੂੰ ਕਹਿ ਕਹਿੰਦੇ ਉਹਦਾ ਬਹੁਤ ਤਗੜਾ ਹਾਈ ਲੈਵਲ ਦਾ ਕੰਮ ਆ, ਕੈਟਰਿੰਗ ਦਾ ਕੰਮ ਆ, ਉਹਦੀ ਬਹੁਤ ਵਾਕ ਵੀ ਹੈਗੀ, ਤੇ ਤੈਨੂੰ ਅਸੀਂ ਕਦੋਂ ਮਰਜ਼ੀ ਚੁਕਾ ਦਈਏ। ਸੱਸ ਮੈਨੇ ਮੈਨੂੰ ਧਮਕੇ ਦਿੱਤੀਆਂ, ਤੈਨੂੰ ਬੈਠੇ ਬਿਠਾਏ ਨੂੰ ਅਸੀਂ ਚੁਕਾ ਦਈਏ, ਕਿੱਥੇ ਮਰਜ਼ੀ ਤੂੰ ਭੱਜ। ਮੈਂ ਕਿਹਾ ਮੇਰੀ ਤਾਂ ਇਹੋ ਜਿਹੀ ਗੱਲ ਹੀ ਨਹੀਂ, ਮੈਂ ਤਾਂ ਘਰ ਵਸਾਉਣ ਦੀ ਖਾਤਰ ਮੈਂ ਕਿਹਾ ਸਭ ਕੁਝ ਮੈਂ ਕਰਦਾ ਪਿਆ, ਤੇ ਮੈਂ ਕਿਹਾ ਮੈਂ ਤਾਂ ਫੇਲ ਲਿਆ, ਇੰਨਾ ਕੁਛ ਹੋਇਆ ਤੁਸੀਂ ਮੇਰੇ ਨਾਲ ਕੀਤਾ ਵਾ। ਇਹਨਾਂ ਨੇ ਮੈਨੂੰ ਧੱਕੇ ਮੁੱਕੇ ਵੀ ਮਾਰੇ ਬਹੁਤ ਵਾਰੀ, ਘਸੁੰਨ ਭੂਆ ਨੇ ਸਾਰਿਆਂ ਰਲ ਕੇ ਜੰਮੂ ਵਿੱਚ। ਤੇ ਮੈਂ ਫੇਰ ਵੀ ਇਹਨਾਂ ਕੋਈ ਕਰਕੇ ਕੇਸ ਲਾਇਆ ਵਸਾਨ ਦਾ, ਉਦੋਂ ਨਹੀਂ ਆਏ। ਫਿਰ ਤਲਾਕ ਦਾ ਲੱਗ ਗਿਆ ਆਟੋਮੈਟਿਕ, ਤੇ ਤਲਾਕ ਦਾ ਲੱਗਾ, ਫਿਰ ਵੀ ਕੋਰਟ 'ਚ ਨਹੀਂ ਆਏ, ਕਹਿੰਦੇ ਸਾਡੇ ਕੋਲ ਪੈਸਾ ਹੈ ਨਹੀਂਗਾ। ਫਿਰ ਮੈਂ ਵੀ ਆਪਣਾ, ਮੇਰਾ ਮਨ ਨਹੀਂ ਕਰਦਾ ਸੀ, ਮੈਂ ਕਿਹਾ ਨਹੀਂ ਕੋਈ ਨਹੀਂ, 2 ਕੁੜੀਆਂ ਵਾ, ਘਰ ਵਸਾਉਂਦੇ ਆਪਣਾ, ਚੰਗੇ ਲੱਗਦੇ ਆ, ਮੇਰੇ ਮਾਂ ਪਿਓ ਵੀ ਕਹਿੰਦੇ ਵਸਾਲਾ ਕੋਈ ਨਹੀਂ। ਫਿਰ ਥਾਣੇ ਬੁਮਸਰ ਥਾਣੇ 'ਚ ਦਰਖਾਸਤ ਚੱਲ ਗਈ ਮੇਰੀ, ਮੈਂ ਕਮਿਸ਼ਨਰ ਦੇ ਦਿੱਤੀ ਸੀਗੀ।
ਤੇ ਉਹ ਵੂਮਨਸਲ ਥਾਣੇ 'ਚ ਗਏ, ਉੱਥੇ ਮੇਰਾ ਰਾਜੀਨਾਮਾ ਇਹਨਾਂ ਨੇ ਆਪਣੇ ਲੋਕ ਹਜੇ ਵੀ ਉੱਥੇ ਧਮਕੀਆਂ ਦਿੰਦੇ ਸੀ ਇੱਦਾਂ ਸਾਡੀ ਕੁੜੀ 'ਚ ਰੇਡ ਨਹੀਂ ਆਣੀ ਚਾਹੀਦੀ। ਮੈਂ ਕਿਹਾ ਮੈਂ ਸ਼ਦਾਈ ਥੋੜ੍ਹਾ ਕਿਹੜਾ ਮੈਂ ਉਹਨੂੰ ਘਰੇ ਵਸਾਉਣ ਲੱਗਾ। ਫਿਰ 2 ਵਾਰੀ ਥਾਣੇ ਆਏ, ਤੀਸਰੀ ਵਾਰੀ ਮੈਂ ਮਾਸੀ ਦੇ ਘਰੋਂ ਜਾ ਕੇ ਆਪ ਲੈ ਕੇ ਆ ਵੋਟੀ ਨੂੰ। ਮੈਂ ਕਿਹਾ ਨਹੀਂ ਯਾਰ ਥਾਣੇ ਵਾਲੀ ਗੱਲ ਛੱਡੋ, ਮੈਂ ਵਸਾਉਣਾ ਵਾ, ਮੈਂ ਆਪਣੀ ਵੋਟੀ ਨੂੰ ਲਿਆਂਦਾ। ਫਿਰ ਸਾਡੇ ਘਰੇ ਕਿਹੜੇ ਥਾਣੇਦਾਰ ਹੈ ਉਹਨਾਂ ਨੇ ਰਿਕਵੈਰੀ ਲਾਈ ਸੀਗੀ ਫਾਇਰ ਕਰਕੇ, ਕਹਿੰਦੇ ਠੀਕ ਹੈ ਘਰ ਬਾਰ ਵਧੀਆ ਰਹਿੰਦੀ ਵੀ। ਹੁਣ ਥੋੜੇ 2.5 ਮਹੀਨਾ ਪਹਿਲਾਂ ਹੋ ਕੇ ਗਏ ਉਹ ਸਬ ਇੰਸਪੈਕਟਰ ਹੈਗੇ, ਤੇ ਉਹ ਪਹਿਲਾਂ 1.5 ਮਹੀਨਾ ਹੋ ਗਿਆ, ਚੰਗੀ ਭਲੀ ਵੋਟੀ ਦੇਖ ਕੇ ਗਏ ਆ। ਕਹਿੰਦੇ ਹੱਸਦੇ ਖੇਡਦੇ ਕਹਿੰਦੇ ਇੱਦਾਂ ਹੀ ਰਵੋ, ਕਹਿੰਦੇ ਅੱਗੇ ਨਾਲੋਂ ਉਹਨਾਂ ਨੇ ਕਿਹਾ ਕਹਿੰਦੇ ਤੂੰ ਹੁਣ ਤਾਂ ਮੋਟੀ ਵੀ ਹੋ ਗਈ ਆ, ਕਹਿੰਦੇ ਹੱਸ ਖੇਡ ਆਪਣੇ ਨਾ ਮਾਂ ਪਿਓ ਨੂੰ ਟੈਨਸ਼ਨ ਦੇ ਨਾ ਇਹਨਾਂ ਨੂੰ ਦੇ, ਅਸਲੀ ਖਤਰਾ ਇਹੀ ਆ। ਪਰ ਉਹਨਾਂ ਨੇ ਕੋਈ ਘਰ ਵਾਲੀ ਗੱਲ ਹੀ ਨਹੀਂ ਛੱਡੀ ਹੈਗੀ, ਉਹਨਾਂ ਨੇ ਇੰਨਾ ਕੁ ਜਰੀਲ ਕਰਤਾ ਨਾ। ਤੇ ਕਹਿੰਦਾ ਕਹਿੰਦੇ ਨਾ ਇੱਕ ਕਿਸੇ ਨੂੰ ਜਰੀਲ ਕਰੀਏ ਤਾਂ ਫਿਰ ਉਹ ਵੀ ਕਹਿਣਾ ਮੰਨ ਲੈਂਦਾ, ਇਹਨਾਂ ਨੇ ਉਹ ਵੀ ਕਸਰ ਨਹੀਂ ਛੱਡੀ। ਜੇ ਮੇਰੀ ਮਾਂ ਨੇ ਕਿੰਨੀ ਵਾਰੀ ਕਿਹਾ ਨਾਲ ਲੈ ਕੇ ਜਾਓ, ਤੇ ਤਾਂ ਵੀ ਲੈ ਕੇ ਗਏ। ਇਹਨਾਂ ਦੀ ਕੋਈ ਇਹਨਾਂ ਵਿੱਚ ਉਹਨਾਂ ਦੇ ਸੈਟਿੰਗ ਵਗੈਰਾ ਪਲਾਨ ਦੇ ਨਾਲ ਆਏ ਸੀਗੇ, ਪਲਾਨ ਖੇਡਿਆ ਗਿਆ ਸਾਡੇ ਨਾਲ। ਤੇ ਕਿਹੜੀ ਸਿਵਲ ਹਸਪਤਾਲ ਦੀ ਰਿਪੋਰਟ ਹੈਗੀ ਨਾ ਇਹਨਾਂ ਦੀ, ਉਹ ਉੱਥੇ ਹੀ 72 ਘੰਟੇ ਰੱਖਦੇ ਹਸਪਤਾਲ, ਤੇ ਉਹਨਾਂ ਨੇ ਛੁੱਟੀ ਕਿੱਦਾਂ ਦੇ ਦਿੱਤੀ ਹੈਗੀ। ਤੇ ਛੁੱਟੀ ਦੇਤੀ ਇੱਕ ਕੋਲ ਐਂਬੂਲੈਂਸ ਚਾਹੀਏ, ਐਂਬੂਲੈਂਸ ਦੀ ਫੋਟੋ ਕਾਪੀ ਦਿੱਤੀ ਇਹਨਾਂ ਨੇ ਸਾਨੂੰ ਥਾਣੇ 'ਚ, ਓਰੀਜਨਲ ਨਹੀਂ ਦਿੱਤੀ। ਹੁਣ ਅਸੀਂ ਇਹ ਕਹਿੰਦੇ ਆ ਮਕੇਰੀਆ ਜਾ ਕੇ ਸਿਵਲ ਹਸਪਤਾਲ ਅਸੀਂ ਰਿਕਵੈਰੀ ਲਵਾਉਣੀ ਆ, ਉੱਥੇ ਸਾਰੀ ਡਿਟੇਲ ਕਢਾਉਣੀ ਕੀ ਹੋਈ ਕਿੱਦਾਂ ਹੋਈ ਕੁੜੀ, ਕਿਉਂਕਿ ਇਹਦੀ ਮਾਸੀ ਟੀਕੇ ਲਾ ਦਿੰਦੀ ਮਿੰਟ ਤੋਂ ਪਹਿਲਾਂ। ਮੇਰੇ ਸਾਹਮਣੇ ਵੀ ਟੀਕੇ ਲਾਏ ਮਾਸੀ ਨੇ ਆਪਣੇ ਘਰੇ ਦੇ, ਹਾਂਜੀ ਅੱਜ ਤੋਂ 2 ਮਹੀਨੇ ਪਹਿਲਾਂ। ਹੁਣ ਮੈਨੂੰ ਨਹੀਂ ਪਤਾ ਨਹੀਂ ਕਾਹਦੇ ਟੀਕੇ ਲਾਉਂਦੀ ਸੀਗੀ। ਹੁਣ ਮੈਨੂੰ ਅੱਖਾਂ ਖੁੱਲੀ ਜਾਂਦੀਆਂ ਗਾਂ ਦੀ ਗਾਂ, ਮੈਨੂੰ ਚੇਤਾ ਆਉਂਦਿਆ, ਮੈਨੂੰ ਗਾਂ ਦੀ ਗਾਂ ਗੱਲਾਂ ਖੁੱਲਦੀਆਂ ਪਈਆਂ। ਕੁੜੀ ਮੇਰੀ ਮਾਰਤੀ ਇਹਨਾਂ ਨੇ, ਨਾਜ਼ੁਕ ਜੀ ਸੀਗੀ ਫੁੱਲ, ਪਰ 84 ਲੱਖ ਜੂਨ ਭੁਗਤ ਕੇ ਉਹਨੇ ਦੁਨੀਆ 'ਚ ਦੇਖਣਾ ਸੀ। ਜੇ ਉਹਨੂੰ ਕੁੱਖ ਦੇ ਵਿੱਚ ਇਹਨਾਂ ਨੇ ਮਾਰ ਦੇਣੀ ਸੀ ਉੱਦਾਂ ਹੀ। ਸ਼ੁਕਰ ਹੈ ਕਿਤੇ ਰਾਹ 'ਚ ਨਹੀਂ ਸਿੱਟ ਕੇ ਕੁੜੀ ਮੇਰੀ ਨੂੰ, ਫੇਰ ਵੀ ਸਾਨੂੰ ਫੜਾ ਗਏ ਹੈਗੇ। ਚਲੋ ਕਿੱਦਾਂ ਮਰੀ ਸਾਨੂੰ ਸਿੱਟ ਕੇ ਗਏ, ਸਾਡੇ ਕੋਲ ਅਸੀਂ ਇਲਾਜ ਕਰਾਇਆ 2 ਲੱਖ ਰੁਪਏ ਖਰਚਾ, ਕਰਜ਼ੇ ਕੁਰਜ਼ੇ ਚੱਕ ਕੇ ਮੈਂ ਕਰਜ਼ੇ ਥੱਲੇ ਆ ਗਿਆ। ਫੇਰ ਮੇਰੀ ਕੁੜੀ ਨਹੀਂ ਬਚੀ। ਮੈਂ ਕਹਿੰਦਾ ਪੈਸਾ ਤਾਂ ਸਾਰੀ ਉਮਰ ਹੀ ਕਮਾਉਣਾ ਬੰਦੇ ਨੇ, ਪਰ ਇੱਕ ਚੀਜ਼ ਹੈ ਕਿਹੜੀ ਔਲਾਦ ਹੋਈ ਦੁਨੀਆ 'ਚ ਆਈ, ਉਹਨੂੰ ਦੁਨੀਆ ਦਾ ਦੇਖਣ ਦਿਓ। ਜੇ ਆਪਾਂ ਕੁੱਖ 'ਚ ਮਾਵਾਂ ਹੀ ਮਾਰਨ ਲੱਗ ਜਾਣਗੀਆਂ ਤਾਂ ਉਹਦਾ ਕੀ ਫਾਇਦਾ। ਮਾਵਾਂ ਦਾ ਕਹਿੰਦੇ ਛੱਡਦੀਆਂ ਹੀ ਨਹੀਂ ਹੁੰਦੀ ਆਪਣਾ ਬੱਚਾ, ਤੇ ਮਰਿਆ ਹੋਇਆ ਬੱਚਾ ਵੀ ਮਾਵਾਂ ਛੱਡਦੀਆਂ। ਤੇ ਫਿਰ ਜਿੰਦਾ ਬੱਚਾ ਕਿਹੜਾ ਇਹਨਾਂ ਕੋਲ ਥੋੜੀ ਦੇਰ ਇਹਨਾਂ ਨੇ ਘੁਮਾਉਂਦੇ ਰਹੇ ਨਾ, ਉੱਥੇ 3-4 ਘੰਟੇ ਇਹਨਾਂ ਨੇ ਖਰਾਬ ਕਰਤੇ, ਤੇ ਉੱਥੇ ਇਹਨਾਂ ਨੇ ਬੱਚਾ ਮਾਰ ਕੇ ਲਿਆਏ ਸੀਗੇ। ਇੱਥੇ ਫਿਰ ਤੁਹਾਨੂੰ ਪਤਾ ਡਾਕਟਰਾਂ ਨੇ ਤੇ ਵੈਲਟੀਨੇਟਰ ਤੇ ਰੱਖ ਹੀ ਦੇਣਾ ਆਉਂਦੇ ਮਸ਼ੀਨਾਂ 'ਚ। ਫਿਰ ਵੀ ਆਪਣੇ ਵੱਲੋਂ ਆਪਾਂ ਬਚਾਉਣ ਦੀ ਕੋਸ਼ਿਸ਼ ਕੀਤੀ, ਬਾਕੀ ਰੱਬ ਦੀ ਮਰਜ਼ੀ ਆ। ਬਾਕੀ ਮਾਂ ਦੇਖ ਲਓ ਕਿੱਦਾਂ ਦੀ ਇਨਸਾਨੀਅਤ ਆ ਮਾਂ ਦੀ ਨਾ। ਬੱਚੇ ਨੂੰ ਡਾਕਟਰ ਕਹਿੰਦੇ ਬੱਚੇ ਨੂੰ ਨਾ ਮਾਂ ਦੀ ਫੀਡ ਚਾਹੀਦੀ ਆ, ਕਿਸੇ ਨੇ ਨਹੀਂ ਦਿੱਤੀ, ਇਹਨਾਂ ਨੇ ਆਏ ਹੀ ਨਹੀਂ। ਇਹ ਤੇ ਹੈ ਕਿ ਮੀਡੀਆ ਜਰੀਆ ਨਾ ਤੁਹਾਡੇ ਮੀਡੀਆ ਜਰੀਆ, ਇੱਕ ਮਿੰਟ ਮੈਂ ਦੱਸਦਾ, ਤੁਹਾਡੇ ਮੀਡੀਆ ਜਰੀਆ ਨਾ ਕਈ ਲੋਕੀ ਦਿੱਲੀ ਤੋਂ, ਫਗਵਾੜੇ ਤੋਂ, ਗਰਾਇਆਂ ਤੋਂ, ਚੰਡੀਗੜ੍ਹ ਤੋਂ ਆ ਕੇ ਫੀਡ ਦੇ ਗਏ, ਮਦਰ ਫੀਡ ਮਾਂ ਬਣ ਕੇ। ਲੋਕਾਂ 'ਚ ਇਨਸਾਨੀਅਤ ਹੈਗੀ, ਇੱਕ ਮਾਂ 'ਚ ਇਨਸਾਨੀਅਤ ਕਿੱਥੇ ਚਲ ਗਈ, ਮੈਂ ਇਹ ਚੀਜ਼ ਸੋਚਦਾ। ਫਿਰ ਮੇਰੇ ਸਾਡੇ ਹੁਣ ਫਿਰ ਘਰੇ ਲਿਆਏ ਨਾ, ਫਿਰ ਸਾਡੇ ਨਾਲ ਹੀ ਹੈਗੇ ਆਂਟੀ ਹੋਣੇ, ਇਹਨਾਂ ਦੀ ਨੂੰਹ ਦੇ ਕੇ ਗਈ ਫੀਡ ਮੇਰੀ ਗੁੜੀਆ ਨੂੰ। ਤੇ ਮੈਂ ਉਹੀ ਕਹਿੰਦਾ ਮਾਂ 'ਚ ਇਨਸਾਨੀਅਤ ਕਿੱਥੇ ਗਈ। ਮਾਂ ਦੇ ਤੇ ਮਾਸੀ ਦੇ ਸਾਰੇ ਟੱਬਰ ਦੇ ਪਰਚਾ ਹੋਵੇ ਸਖਤ, ਸਾਨੂੰ ਇਨਸਾਫ ਮਿਲੇ, ਕੁੜੀ ਨੂੰ ਇਨਸਾਫ ਮਿਲੇ। ਕਿਹੜੀ ਕੁੜੀ ਨਾਲ ਦੁਨੀਆ ਦੇਖਣੀ ਸੀਗੀ, ਕਿਹੜੀ ਕੁੱਖ 'ਚ ਮਾਰੀ ਇਹਨਾਂ ਨੇ। ਹਜੇ ਪਿਓ ਨਹੀਂ ਨਾ ਸਹੁਰੇ ਨਹੀਂ ਇਹਦੇ ਕਹਿੰਦੇ ਪਏ ਅਸੀਂ ਨਹੀਂ ਰੱਖਣੀ। ਅਸੀਂ ਆਪਣੀ ਕਾਸੀ ਕਾ ਤੋਂ ਨਾਨਕੇ ਹੋ ਗਏ ਇੰਨੀ ਗੱਲ ਕਹਿੰਦੇ ਅਸੀਂ ਕੁੜੀ ਇੱਦਾਂ ਕਰ ਦੇਣੀ ਉਹ ਕਰ ਦੇਣਾ। ਮੈਨੂੰ ਕਈ ਇਹਨਾਂ ਨੇ ਕਿਹਾ ਸੀ, ਮੈਂ ਕਿਹਾ ਕੁਛ ਨਹੀਂ ਕਰਨਾ, ਜੇ ਤੁਸੀਂ ਇੱਦਾਂ ਦਾ ਕੋਈ ਕਦਮ ਚੱਕਿਆ ਮੈਂ ਜਾ ਕੇ ਥਾਣੇ ਰਿਪੋਰਟ ਕਰਾ ਦੇਣੀ ਆ। ਇਹਨਾਂ ਨੂੰ ਕਈ ਵਾਰ ਅੱਗੇ ਵੀ ਮੈਂ ਕਿਹਾ ਘਰੇ ਜਾ ਕੇ, ਪਰ ਇਹ ਮੰਨੇ ਨਹੀਂ ਗੇ। ਹੁਣ ਮੈਂ ਤਾਂ ਇਹੀ ਕਹਿੰਦਾ ਵਾ ਮੈਨੂੰ ਇਨਸਾਫ ਮਿਲੇ, ਮੇਰੀ ਕੁੜੀ ਨੂੰ ਇਨਸਾਫ ਮਿਲੇ। ਕਿੰਨੇ ਦੁਨੀਆ 'ਚ ਜਨਮ ਲਿਆ ਸੀਗਾ ਉਹਨੇ, ਪਰ ਰਹਿਣ ਨਹੀਂ ਦਿੱਤਾ, ਇਹਨਾਂ ਨੇ ਮਾਰਿਆ ਮੇਰੀ ਕੁੜੀ ਨੂੰ। ਠੀਕ ਹੈ। ਤੇ ਮੈਂ ਪੁੱਛਣਾ ਚਾਹੂੰਗੀ ਜਿਹੜਾ ਪਤੀ ਪਤਨੀ ਦਾ ਸੰਬੰਧ ਹੁੰਦਾ ਬਹੁਤ ਗਹਿਰਾ ਹੁੰਦਾ ਹੈ ਤੇ ਸਭ ਤੋਂ ਵੱਖਰਾ ਹੁੰਦਾ ਹੈ। ਪਹਿਲੇ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਸੀ? ਮੇਰੇ ਵਿਆਹ ਨੂੰ ਹੋ ਗਏ 7 ਸਾਲ ਹੋ ਗਏ। ਤੇ 7 ਸਾਲ ਵਿੱਚ ਕੋਈ ਗੱਲਬਾਤ ਇਦਾਂ ਦੀ ਜਾਂ ਫਿਰ ਕਿੱਦਾਂ ਦਾ ਸੰਬੰਧ ਸੀਗਾ ਤੁਹਾਡੇ ਨਾਲ? ਪਿਆਰ ਨਾਲ ਰਹਿੰਦੇ ਸੀ ਕਿ ਲੜਦੇ ਝਗੜਦੇ ਸੀਗੇ, ਕੀ ਹਿਸਾਬ ਸੀਗਾ? ਮੇਰੇ ਨਾਲ ਇਦਾਂ ਕਹੂਦਾ, ਮੇਰਾ ਵਿਆਹ ਸੀ ਨਾ, ਉਹ ਤੋਂ ਮਹੀਨਾ 2 ਮਹੀਨੇ ਲਾਈਫ ਵਧੀਆ ਚੱਲਦੀ ਰਹੀ। ਉਹ ਤੋਂ ਬਾਅਦ ਇਹਨਾਂ ਦੇ ਫਿਰ ਫੋਨ ਹੁੰਦਾ ਤਾਂ ਪਤਾ ਕਿ ਜਨਾਨੀਆਂ ਕੋ ਆਪਾਂ ਨਾ ਨਹੀਂ ਕਰਦੇ, ਫੋਨ ਦੇ ਉੱਤੇ ਲੱਗੇ ਰਹਿਣਾ 24 ਘੰਟੇ, ਮਾਂ ਨਾਲ ਭੈਣਾਂ ਨਾਲ ਭਰਾਵਾਂ ਚੁਗਲ, ਹੋਰ ਇੱਕ ਦੂਜੇ ਚੁਗਲੀਆਂ ਲਾਣੀਆਂ, ਇੱਦਾਂ ਕਰ ਤੂੰ ਉੱਦਾਂ ਕਰ। ਉਦੋਂ ਦਾ ਨਵਾਂ ਵਿਆਹ, ਉਦੋਂ ਵੀ 6 ਮਹੀਨੇ ਰਹਿ ਕੇ ਹੀ ਪੇਕੇ। ਚਲੋ ਅਸੀਂ ਕਿਹਾ ਨਵਾਂ ਵਿਆਹ, ਪਰ 6 ਮਹੀਨੇ ਕਿਹੜੀ ਜਨਾਨੀ ਪੇਕੇ ਰਹਿ ਕੇ ਆਂਦੀ, ਆਪਣਾ ਘਰ ਨਹੀਂ ਦੇਖਣਾ। ਹੁਣ ਮੇਰੇ ਕੁੜੀਆਂ 2 ਹੋ ਗਈਆਂ, ਇੱਕ 4ਥੇ ਸਾਲ 'ਚ ਲੱਗ ਗਈ, ਇੱਕ 7ਵੇਂ ਸਾਲ 'ਚ। ਆਪਾਂ ਆਪਣਾ ਗਾਂ ਵੀ ਭਵਿੱਖ ਦੇਖਣਾ, ਨਿਆਣੇ ਪੜ੍ਹਾਣੇ ਆ, ਜ਼ਰੂਰੀ ਥੋੜ੍ਹਾ ਮਾਂ ਪਿਓ ਦੇ ਘਰੇ ਵੜੇ ਰਹਿਣਾ। ਚਲੋ ਹੋ ਗਿਆ 2-4 ਦਿਨ 5 ਦਿਨ ਹੋ ਗਿਆ ਮਾਂ ਘਰੇ, ਜਦ ਦੂਰ ਹੈਗਾ ਜੰਮੂ ਰਹਿੰਦੇ ਆ। ਤੇ ਇਹ ਨਾ ਕਦੋਂ ਆਂਦੇ 6 ਮਹੀਨੇ ਉੱਥੇ 2 ਮਹੀਨੇ ਇੱਥੇ। ਪਹਿਲਾਂ ਸਾਰੇ ਕਰਵਾ ਜਦੋਂ ਉੱਥੇ ਹੀ ਰੱਖੇ ਸੀ, ਪਿੱਛੇ 7 ਮਹੀਨੇ ਆਏ ਸੀ ਵੋਟੀ ਨੂੰ ਆਈ ਨੂੰ ਹੋਏ ਆ। 7 ਮਹੀਨਿਆਂ ਬਾਅਦ ਫੇਰ ਹੁਣ ਆਹ ਕਾਰਵਾਈ ਕਰਕੇ ਗਈ ਸਾਡੇ ਨਾਲ। ਅਸੀਂ ਇਨਸਾਫ ਮੰਗਦੇ, ਅਸੀਂ ਕਹਿੰਦੇ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ। ਇਹਨਾਂ ਦੇ ਉੱਤੇ ਇਹੋ ਜਿਹਾ ਕੋਈ ਮੁੱਦਾ ਉੱਠੇ ਜਿਹੜਾ ਇਹ ਨਾ ਉੱਥੇ ਟਿਕ ਜਾਣਗੇ, ਕਿਸੇ ਹੋਰ ਨਾਲ ਇੱਦਾਂ ਕਰਨ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਹੈਗਾ। ਸਾਨੂੰ ਬਹੁਤ ਫੀਲ ਹੁੰਦੇ ਆ। ਜੀ ਗੱਲ ਕੀਤੀ ਹੈ ਮਦਰ ਫੀਡ ਦੀ ਕਿ ਆਫਟਰ ਬੇਬੀ ਜਿਹੜੀ ਫੀਡ ਦੀ ਜ਼ਰੂਰਤ ਸੀਗੀ ਬੱਚੇ ਨੂੰ, ਉਹ ਮਦਰ ਦੀ ਸੀਗੀ, ਪਰ ਫੀਡ ਹੋਰ ਕੋਈ ਦੇ ਕੇ ਗਿਆ। ਇਸ ਵਕਤ ਮੇਰੇ ਨਾਲ ਆਂਟੀ ਮੌਜੂਦ ਨੇ ਜੀ। ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਕਹਿਣਾ ਚਾਹੋਗੇ? ਕੋਈ ਗਲਤੀ ਨਹੀਂ, ਹਾਂ, ਇਹ ਇੱਕ ਤਰ੍ਹਾਂ ਦੀ ਨੂੰਹ ਬਣ ਗਈ, ਉਹ ਸੱਸ ਬਣ ਗਈ। ਬਹੁਤ ਜ਼ੁਲਮ ਕਮਾਇਆ ਉਹਨਾਂ ਨੇ ਇਸ ਘਰ ਦੇ ਉੱਤੇ। ਠੀਕ ਹੈ, ਬੱਚਾ ਮਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ,
ਜੋ ਮਾਂ ਗਈ ਉਹ ਮਾਂ ਨਹੀਂ ਹੁੰਦੀ, ਉਹ ਇੱਕ ਜ਼ਾਲਮ ਹੁੰਦੀ ਏ। ਬਾਂਦਰੀ ਦਾ ਬੱਚਾ ਵੀ ਮਰ ਜਾਵੇ ਨਾ ਕਲੇ ਨਾਲ ਲਾਈ ਰੱਖਦੀ ਏ। ਇਹ ਮਾਂ ਨਹੀਂ ਹੈਗੀ। ਮੇਰੀ ਇਹੀ ਅਰਦਾਸ ਹੈ, ਤੁਸੀਂ ਮੇਰੇ ਬੱਚੇ ਹੋ, ਜੋ ਵੀ ਫੈਸਲਾ ਹੋਵੇ ਇਹਨਾਂ ਦੀ ਹੱਕ 'ਚ ਹੋਣਾ ਚਾਹੀਦਾ ਹੈ। ਇੱਕ ਉਹ ਕੁੜੀ ਨਾਲ ਲੈ ਕੇ ਗਈ ਹੈ, ਉਹ ਕੁੜੀ ਇਹਨਾਂ ਨੂੰ ਦਿਵਾ ਦੀ, ਠੀਕ ਹੈ। ਉਹ ਕੁੜੀ ਨੂੰ ਮਤਲਬ ਕਹਿਣ ਦਾ ਮਤਲਬ ਹੈ ਵੀ ਇਹਨਾਂ ਖਤਰਾ ਹੈ ਕੁੜੀ ਨੂੰ। ਹਾਂਜੀ, ਤੇ ਮੈਂ ਗੱਲ ਕਰੀ ਸੀ ਕਿ ਫੀਡ ਬਾਰੇ ਮੈਨੂੰ ਦੱਸਿਆ ਜਾ ਰਿਹਾ ਕਿ ਤੁਹਾਡੀ ਨੂੰਹ ਨੇ ਆ ਕੇ ਬੱਚੇ ਨੂੰ ਦੁੱਧ ਪਿਆਇਆ ਸੀ। ਮੇਰਾ ਪੋਤਰਾ ਨਿੱਕਾ ਜਿਹਾ ਹੈ। ਹਾਂਜੀ, ਇਹਨਾਂ ਨੇ ਸਾਨੂੰ ਗੱਲ ਕੀਤੀ, ਮੇਰੀ ਇੱਕ ਤਰ੍ਹਾਂ ਦੀ ਫਰੈਂਡ ਹੀ ਹੈ। ਹਾਂਜੀ, ਇਹਨਾਂ ਨੇ ਸਾਨੂੰ ਗੱਲ ਕੀਤੀ ਵੀ ਡਾਕਟਰ ਕਹਿੰਦੇ ਨੇ ਦੂਸਰਾ ਦੁੱਧ ਨਾ ਦਿਓ, ਮਾਂ ਦਾ ਦਿਓ। ਅੱਛਾ, ਮੈਂ ਆਦੇ ਪੋਤਰੇ ਨੂੰ ਘਰ ਰੱਖ ਕੇ ਮੈਂ ਆਦੀ ਨੂੰਹ ਨੂੰ ਭੇਜਦੀ ਰਹੀ ਹਾਂ ਉਸ ਬੱਚੀ ਨੂੰ ਦੁੱਧ ਪਿਆਉਣ ਵਾਸਤੇ। ਫਿਰ ਇਹਨਾਂ ਨੇ ਡਾਕਟਰ ਨੇ ਕਿਹਾ ਵੀ ਉਹ ਲੋਗੜ ਚਾਹੀਦਾ ਪੁਰਾਣਾ। ਮੈਂ ਪੁਰਾਣਾ ਲੋਗੜ 40 ਸਾਲ ਪੁਰਾਣਾ ਮੈਂ ਲੋਗੜ ਕੱਲ ਭੇਜਿਆ ਵੀ ਇਸ ਕੁੜੀ ਨੂੰ ਵਿੱਚ ਲਪੇਟੋ, ਗਰਮੈਸ਼ ਚਾਹੀਦੀ ਹੈ। ਹਾਂਜੀ, ਠੀਕ ਹੈ। ਕੱਲ ਸ਼ਾਮ ਨੂੰ ਮੇਰੀ ਨੂੰਹ ਫਿਰ ਦੁੱਧ ਪਿਆ ਕੇ ਗਈ ਹੈ। ਠੀਕ ਹੈ। ਪਰ ਉਹਨੇ ਜਦੋਂ ਮੈਨੂੰ ਜਾ ਕੇ ਕਿਹਾ ਨਾ ਬਈ ਗੁੜੀਆ ਦੀ ਹਾਲਤ ਖਰਾਬ ਹੈ, ਮੈਨੂੰ ਸਹੀ ਨਹੀਂ ਲੱਗ ਰਹੀ। ਹਾਂ, ਮੈਂ ਰਾਤੀ ਆਂਦੀ ਰਹਿ ਗਈ, ਮੈਂ ਆਈ ਨਹੀਂ। ਜੇ ਮੈਂ ਰਾਤੀ ਆ ਜਾਂਦੀ ਤੇ ਮੈਂ ਸ਼ਾਇਦ ਬੱਚੀ ਨੂੰ ਕੋਈ ਗਰਮ ਚੀਜ਼ ਦਿੰਦੀ, ਜਾਂ ਠੰਡ ਨਾਲ ਉਹ ਚਲੀ ਗਈ ਜਾਂ ਕਿਵੇਂ ਵੀ ਚਲੀ ਗਈ। ਮਤਲਬ ਇਹਨਾਂ ਨੇ ਉਹਦੀ ਸੇਵਾ ਬਹੁਤ ਕੀਤੀ ਹੈ। ਹਾਂਜੀ, ਬਾਕੀ ਉਸ ਨੂੰ ਤੂੰ ਇਹਨਾਂ ਨੂੰ ਛੁਟਕਾਰਾ ਚਾਹੀਦਾ ਹੈ। ਉਹ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਜੇ ਇਹਨਾਂ ਨੂੰ ਹੱਕ ਮਿਲ ਜਾਵੇ। ਜੀ, ਆਖਿਰ ਵਿੱਚ ਮੈਂ ਇਹੀ ਕਹਿਣਾ ਚਾਹੂੰਗੀ, ਜਿੱਥੇ ਕਿਹਾ ਜਾਂਦਾ ਹੈ ਕਿ ਸਹੁਰਾ ਘਰ ਬਹੁਤ ਤੰਗ ਕਰਦਾ ਹੈ ਜੀ। ਜਿਹੜਾ ਕੁੜੀ ਦਾ ਘਰ ਹੁੰਦਾ ਹੈ ਕਹਿੰਦੇ ਸਹੁਰਾ ਘਰ ਹੀ ਹੁੰਦਾ ਹੈ, ਪਰ ਕੁੜੀਆਂ ਬਸਦੀਆਂ ਨਹੀਂ ਜੀ। ਪਹਿਲਾ ਕਾਰਨ ਕਿ ਜਿਹੜਾ ਵਿਆਹ ਤੋਂ ਬਾਅਦ ਕੁੜੀਆਂ ਦਾ ਜਿਹੜਾ ਰਿਸ਼ਤਾ ਪੇਕਿਆਂ ਦੇ ਨਾਲ ਉਹ ਗਹਿਰਾ ਹੋ ਜਾਵੇ ਤਾਂ ਸਹੁਰਾ ਘਰ ਬਸਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਆਖਿਰ ਵਿੱਚ ਗੱਲ ਇਹਨਾਂ ਦੇ ਹੱਕ ਦੀ ਇਹੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ। ਅਸੀਂ ਆਪਣੀ ਨੂੰਹ ਤੋਂ ਹੁਣ ਛੁਟਕਾਰਾ ਚਾਹੁੰਦੇ ਆ। ਜਿੱਥੇ ਉਹ ਆਪਣਾ ਘਰ ਨਹੀਂ ਬਸਾ ਸਕੀ ਤੇ ਆਪਣਾ ਪੇਕਾ ਘਰ ਵੀ ਉਹਨੇ ਉਜਾੜ ਦਿੱਤਾ ਜੀ। ਆਹੀ ਸੀ ਪੇਸ਼ਕਸ਼। ਅਗਲੀ ਪੇਸ਼ਕਸ਼ ਫਿਰ ਵੀ ਮਿਲਾਂਗੇ। ਦੇਖਦੇ ਰਹੋ ਦ ਪੁਲਖੁਲ ਟੀਵੀ ਨਿਕਿਤਾ ਦੇ ਨਾਲ। ਸਤਿ ਸ਼੍ਰੀ ਅਕਾਲ।